ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਜੀਕੇ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਪਾਰਟ 5। ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਹਰੇਕ ਕੰਪੀਟੀਟਿਵ ਐਗਜ਼ਾਮ ਦੇ ਕਾਮਨ ਟੌਪਿਕ ਤੇ ਮੈਂ ਇੱਕ ਸੀਰੀਜ਼ ਸਟਾਰਟ ਕੀਤੀ ਸੀ ਜਿਸ ਦਾ ਅਸੀਂ ਪਾਰਟ 5 ਕਰਨ ਜਾ ਰਹੇ ਹਾਂ। ਤੇ ਪਾਰਟ 5 ਦੇ ਵਿੱਚ ਅਸੀਂ ਪੰਜਾਬ ਦੇ ਅੰਦੋਲਨਾਂ ਬਾਰੇ ਪੜਾਂਗੇ ਤੇ ਨਾਲ ਦੀ ਨਾਲ ਅਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਨਾਲ ਰਿਲੇਟਡ ਕੁਝ ਬੇਸਿਕ ਜੇ MCQ ਕਵਰ ਕਰਾਂਗੇ ਜਿਹੜੇ ਕਿ ਤੁਹਾਡੇ ਲਈ ਹਰੇਕ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਹੋਣਗੇ। ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ, ਕਿਉਂਕਿ ਪੇਪਰ A ਤੇ ਪੇਪਰ B ਦੇ ਵਿੱਚ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਆ ਜਿਹੜੇ ਉਹ ਪੁੱਛੇ ਜਾਣੇ ਆ। ਕਾਮਨ ਟੌਪਿਕ ਆ ਦੋਨਾਂ ਦੇ ਵਿੱਚ ਇਹ, ਸੋ ਵੀਡੀਓ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਦੇਖਣਾ। ठीक है जी, तो ज़्यादा टाइम वेस्ट ना करते हुए असीं अज दी ये वीडियो स्टार्ट करते हैं। जेकर तुहानूं वीडियो चंगी लगे तो प्लीज़ वीडियो नूं लाइक अते शेयर जरूर कर देना। निरंकारी अंदोलन दे पितामह कौन सन? हाँ जी, देखो तुहानूं पता है कि 1849 ईस्वी दे विच महाराजा रणजीत सिंह जी तो बाद पंजाब नूं ब्रिटिश साम्राज विच मिला लिया गया सी। ठीक है, तो उस तो बाद पंजाब दे विच सुधार दे लई कई समाजिक धार्मिक अंदोलन आ जिहड़े वो शुरू हो गए सी। जिवें सब तो पहला वा जिहड़ा पंजाब दे विचों कुछ अंदोलन तां बाहरों आए सी पंजाब दे अंदर, पर कुछ अंदोलन इदां दे सी जिन्हां दा जन्म पंजाब दे अंदर ही होया सी, जां आपां कह सकदे हां कि जिहड़े अंदोलन पंजाब दे विच ही जम्मे सी। ठीक है, तां इह पंजाब दा अंदोलन सीगा निरंकारी अंदोलन। जिहड़ा इह अंदोलन आ इहदे विच समाजिक धार्मिक लहरां ਜਾਂ ਆਪਾਂ ਕਹਿ ਸਕਦੇ ਹਾਂ ਮੁੱਖ ਤੌਰ ਤੇ ਸਿੱਖਾਂ ਨਾਲ ਸੰਬੰਧਿਤ ਸੀ। ਠੀਕ ਹੈ, ਜਿਨ੍ਹਾਂ ਨੇ ਸਿੱਖੀ ਸਮਾਜ ਵਿੱਚ ਪਰਿਵਰਤਨ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ। ਕੁਝ ਪ੍ਰਸਿੱਧ ਜਿਹੜੇ ਆਪਾਂ ਕਹਿ ਸਕਦੇ ਹਾਂ ਉਹਨਾਂ ਅੰਦੋਲਨਾਂ ਦੇ ਵਿੱਚੋਂ ਫੇਮਸ ਸੀਗਾ ਨਿਰੰਕਾਰੀ ਲਹਿਰ ਜਾਂ ਅੰਦੋਲਨ। ਨਿਰੰਕਾਰੀ ਲਹਿਰ ਹੈ ਜਿਹੜਾ 19ਵੀਂ ਸਦੀ ਦੇ ਅੱਧ ਵਿੱਚ ਪਿਸ਼ਾਵਰ ਦੇ ਇੱਕ ਸਰਾਫਾ ਵਪਾਰੀ ਬਾਬਾ ਦਿਆਲ ਸਿੰਘ ਨੇ ਆਰੰਭ ਕੀਤਾ ਸੀ। ਉਹਨਾਂ ਦਾ ਮਕਸਦ ਸੀ ਸਿੱਖ ਧਰਮ ਤੇ ਰੀਤੀ ਰਿਵਾਜਾਂ ਵਿੱਚ ਪਵਿੱਤਰਤਾ ਨੂੰ ਸ਼ਾਮਿਲ ਕਰਨਾ। ਇਸ ਪ੍ਰਕਾਰ ਸਿੱਖ ਮੱਤ ਵਿੱਚ ਇਹ ਇੱਕ ਸੁਧਾਰਵਾਦੀ ਲਹਿਰ ਮੰਨੀ ਜਾਂਦੀ ਹੈ। ਠੀਕ ਹੈ, ਨਿਰੰਕਾਰੀ ਅੰਦੋਲਨ ਦੇ ਪਿਤਾਮਾ ਕੌਣ ਸੀ? ਬਾਬਾ ਦਿਆਲ ਸਿੰਘ। ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਹੈ ਜੀ ਰਾਧਾ ਸੁਆਮੀ ਅੰਦੋਲਨ। ਰਾਧਾ ਸੁਆਮੀ ਅੰਦੋਲਨ ਆ ਜਿਹੜੇ ਇਸ ਦੇ ਪਿਤਾਮਾ ਕੌਣ ਸੀ? ਸਭ ਤੋਂ ਪਹਿਲਾਂ ਆਪਾਂ ਰਾਧਾ ਸੁਆਮੀ ਅੰਦੋਲਨ ਦੀ ਗੱਲ ਕਰ ਲੈਂਦੇ ਹਾਂ। ਰਾਧਾ ਸੁਆਮੀ ਮੱਤ ਦੇ ਮੋਢੀ ਸੀ ਲਾਲਾ ਸ਼ਿਵ ਦਿਆਲ। ਠੀਕ ਹੈ, ਇਹ ਆਗਰੇ ਦੇ ਵਿੱਚ 1818 ਈਸਵੀ ਵਿੱਚ ਲਾਲ ਦਿਵਲਾਲੀ ਦੇ ਘਰ ਇਹਨਾਂ ਦਾ ਜਨਮ ਹੋਇਆ ਸੀਗਾ। ਇਹ ਮੰਨਿਆ ਜਾਂਦਾ ਕਿ ਲਾਲਾ ਸ਼ਿਵ ਦਿਆਲ ਦੀ ਪਤਨੀ ਦਾ ਨਾਮ ਰਾਧਾ ਹੋਣ ਕਾਰਨ ਇਸ ਮੱਤ ਦਾ ਜਿਹੜਾ ਨਾਮ ਆ ਉਹ ਰਾਧਾ ਸੁਆਮੀ ਪਿਆ ਸੀ। ਠੀਕ ਹੈ, ਕਿਉਂਕਿ ਲਾਲਾ ਸ਼ਿਵ ਦਿਆਲ ਦੇ ਅਕਾਲ ਚਲਾਣੇ ਪਿੱਛੋਂ ਰਾਏ ਬਹਾਦਰ ਸਾਲਮ ਰਾਮ ਇਸ ਮੱਤ ਦੇ ਦੂਸਰੇ ਗੁਰੂ ਬਣੇ ਸੀ। ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ, ਤੇ ਇਸ ਦੀਆਂ ਕਈ ਸਿੱਖਾਵਾਂ ਵੀ ਬਣੀਆਂ ਸੀ, ਅੱਗੇ ਬ੍ਰਾਂਚਸ ਬਣੀਆਂ ਸੀਗੀਆਂ। ਤੇ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ 2020 ਦੇ ਵਿੱਚ 20 ਤੱਕ ਆਪਾਂ ਗੱਲ ਕਰੀਏ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਸ ਮੱਤ ਦੇ ਵਿੱਚ ਪੰਜਾਬ ਦੇ ਗੁਰੂ ਆ ਹੁਣ। ਠੀਕ ਹੈ, ਰਿਆਸ ਦੀ ਗੱਦੀ ਦੇ ਸਾਰੇ ਹੀ ਗੁਰਸਿੱਖ ਹੋਏ ਆ, ਆਪਾਂ ਕਹਿ ਸਕਦੇ ਹਾਂ। ਤੁਹਾਨੂੰ ਪਤਾ ਹੋਣਾ ਹੁਣ ਵੀ ਆ। ਠੀਕ ਹੈ, ਤਾਂ ਆਪਸ਼ਨ ਨੰਬਰ ਇੱਥੇ ਦੱਸੋ ਜੀ ਕਿਹੜੀ ਰਾਈਟ ਆ? ਰਾਧਾ ਸੁਆਮੀ ਅੰਦੋਲਨ ਦੇ ਨਾਲ ਰਿਲੇਟਡ ਆ। ਰਾਧਾ ਸੁਆਮੀ ਅੰਦੋਲਨ ਦੇ ਪਿਤਾਮਾ ਮੰਨੇ ਜਾਂਦੇ ਆ ਬਾਬਾ ਸ਼ਿਵ ਦਿਆਲ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਸੱਸੇ ਪੈਰ ਚ ਬਿੰਦੀ ਹੈ ਇੱਥੇ। ਠੀਕ ਹੈ, ਨੈਕਸਟ ਹੈ ਜੀ ਰਾਧਾ ਸੁਆਮੀ ਅੰਦੋਲਨ ਕਿੱਥੋਂ ਸ਼ੁਰੂ ਹੋਇਆ ਸੀ? ਹਾਂਜੀ, ਰਾਧਾ ਸੁਆਮੀ ਅੰਦੋਲਨ ਇਹ ਕਿੱਥੋਂ ਸ਼ੁਰੂ ਹੋਇਆ ਸੀ? ਆਗਰੇ ਤੋਂ। ਆਪਸ਼ਨ ਨੰਬਰ ਏਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਨਾਮਧਾਰੀ ਕਿਹੜੇ ਜਾਨਵਰ ਦੀ ਪੂਜਾ ਕਰਦੇ ਸਨ? ਹਾਂਜੀ, ਨਾਮਧਾਰੀ ਲਹਿਰ ਬਾਰੇ ਤੁਸੀਂ ਸੁਣਿਆ ਹੋਣਾ। ਨਾਮਧਾਰੀ ਲਹਿਰ ਨੂੰ ਕੁੱਕਾ ਲਹਿਰ ਵੀ ਬੋਲ ਦਿੱਤਾ ਜਾਂਦਾ। ਠੀਕ ਹੈ, ਇਹ ਇੱਕ ਵੱਖਰੀ ਹੀ ਲਹਿਰ ਸੀਗੀ ਕਿਉਂਕਿ ਇਸ ਦੇ ਜਿਹੜੇ ਮੋਢੀ ਸੀਗੇ ਨਾ, ਨਾਮਧਾਰੀ ਲਹਿਰ ਦੇ ਸੰਸਥਾਪਕ ਸੀਗੇ ਬਾਲਕ ਸਿੰਘ। ਉਹ ਪਰਮਾਤਮਾ ਦੇ ਨਾਮ ਸਿਮਰਨ ਤੋਂ ਇਲਾਵਾ ਕਿਸੇ ਵੀ ਧਾਰਮਿਕ ਰਸਮ ਰਿਵਾਜ ਨੂੰ ਨਹੀਂ ਮੰਨਦੇ ਸੀ। ਇਸੇ ਲਈ ਇਸ ਮੱਤ ਦਾ ਨਾਮ ਵੀ ਨਾਮਧਾਰੀ ਰੱਖਿਆ ਗਿਆ ਸੀ। ਠੀਕ ਹੈ, ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਸੀਗੇ ਉਹ ਸੀ ਬਾਬਾ ਰਾਮ ਸਿੰਘ। ਉਹਨਾਂ ਨੇ ਇਸ ਫਿਰਕੇ ਨੂੰ ਇੱਕ ਵੱਖਰਾ ਰੂਪ ਦਿੱਤਾ। ਉਹਨਾਂ ਨੇ ਗੋਲ ਚਿੱਟੀ ਪੱਗ, ਚੂੜੀਦਾਰ ਪਜਾਮਾ ਤੇ ਚਿੱਟੀ ਪੋਸ਼ਾਕ ਅਤੇ ਉੱਚੇ ਉੱਚੇ ਕੂਕਾਂ ਮਾਰ ਕੇ ਪਵਿੱਤਰ ਸ਼ਬਦਾਂ ਦਾ ਉਚਾਰਨ ਕਰਨਾ ਆਰੰਭ ਕਰ ਦਿੱਤਾ ਸੀ।
इस ਲਈ इस ਨੂੰ ਕੂਕੇ ਕਿਹਾ ਜਾਣ ਲੱਗਿਆ ਸੀ ਤੇ ਅੰਗਰੇਜ਼ੀ ਸੰਗਰਾਮ ਦੇ ਇਤਿਹਾਸ ਵਿੱਚ ਕੂਕਾ ਸੰਗਰਾਮ ਨੂੰ ਕੂਕਾ ਲਹਿਰ ਜਾਂ ਕੂਕਾ ਅੰਦੋਲਨ ਦਾ ਨਾਮ ਦੇ ਦਿੱਤਾ ਗਿਆ ਸੀ। ਠੀਕ ਹੈ। ਬਾਬਾ ਰਾਮ ਸਿੰਘ ਦੇ ਪੈਰੋਕਾਰ ਉਹਨਾਂ ਨੂੰ ਸਤਿਗੁਰੂ ਕਹਿੰਦੇ ਸਨ ਤੇ 12 ਅਪ੍ਰੈਲ 1857 ਈਸਵੀ ਵਿਸਾਖੀ ਵਾਲੇ ਦਿਨ ਸਤਿਗੁਰੂ ਰਾਮ ਸਿੰਘ ਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਨਵੀਂ ਕੂਕਾ ਨਾਮਧਾਰੀ ਲਹਿਰ ਦੀ ਨੀਂਹ ਰੱਖੀ ਸੀ। ਤਾਂ ਆਪਸ਼ਨ ਨੰਬਰ ਇੱਥੇ ਊੜਾ ਰਾਈਟ ਆਨਸਰ ਹੈ ਕਿ ਉਹ ਗਾਂ ਦੀ ਪੂਜਾ ਕਰਦੇ ਸਨ। ਠੀਕ ਹੈ। ਇਹ ਨੈਕਸਟ ਹੈ ਜੀ 18 ਜਨਵਰੀ 1872 ਈਸਵੀ ਨੂੰ 66 ਕੂਕਿਆਂ ਨੂੰ ਤੋਪਾਂ ਨਾਲ ਕਿਸ ਨੇ ਸ਼ਹੀਦ ਕਰਵਾਇਆ ਸੀ? ਹਾਂਜੀ 18 ਜਨਵਰੀ 1872 ਨੂੰ ਕੂਕਿਆਂ ਨੂੰ ਕਿੰਨਾਂ ਨੇ ਸ਼ਹੀਦ ਕਰਵਾਇਆ ਸੀਗਾ? ਕਿੰਨੇ ਕੂਕੇ ਸੀਗੇ? 66। ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ। ਠੀਕ ਹੈ। ਤਾਂ ਇਹ ਸ਼ਹੀਦ ਕਰਵਾਇਆ ਸੀ ਜੀ ਮਿਸਟਰ ਕੋਵਨ ਨੇ। ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਮਿਸਟਰ ਕੋਵਨ ਦੀ, ਦੇਖੋ ਉਹਨਾਂ ਦਿਨਾਂ ਦੇ ਵਿੱਚ ਨਾ ਅੰਗਰੇਜ਼ਾਂ ਨੇ ਪੰਜਾਬ ਵਿੱਚ ਕਈ ਥਾਂ ਬੁੱਚੜਖਾਨੇ ਖੋਲੇ ਹੋਏ ਸੀ। ਨਾਮਧਾਰੀਆਂ ਨੇ ਗਊ ਰੱਖਿਆ ਦਾ ਜਿਹੜੀ ਗਾਂ ਮੈਂ ਤੁਹਾਨੂੰ ਦੱਸ ਕੇ ਗਈ ਹਾਂ ਉਹਨਾਂ ਦੀ ਰੱਖਿਆ ਦਾ ਆਪਾਂ ਕਹਿ ਸਕਦੇ ਕੰਮ ਆ ਜਿਹੜਾ ਕੀਤਾ ਹੋਇਆ ਸੀ ਸ਼ੁਰੂ। ਤੇ 15 ਜਨਵਰੀ 1872 ਈਸਵੀ ਨੂੰ ਕੂਕਿਆਂ ਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ ਕਮਸਾਨ ਦੀ ਲੜਾਈ ਹੋਈ ਸੀ ਤੇ 65 ਕੂਕਿਆਂ ਨੇ ਗ੍ਰਿਫਤਾਰੀ ਲਈ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਉਹਨਾਂ ਵਿੱਚੋਂ 49 ਕੂਕਿਆਂ ਨੂੰ 17 ਜਨਵਰੀ 1872 ਈਸਵੀ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ ਤੇ ਨਵੰਬਰ 29 1884 ਈਸਵੀ ਨੂੰ ਰੰਗੂਨ ਵਿੱਚ ਬਾਬਾ ਨਾਮ ਸਿੰਘ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ। ਠੀਕ ਹੈ। ਇਹ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਮਤਭੇਦ ਆ। ਜਿਵੇਂ ਹੁਣ ਮੈਂ ਤੁਹਾਨੂੰ 17 ਜਨਵਰੀ ਕਹਤਾ, ਇੱਥੇ ਆਪਾਂ 18 ਜਨਵਰੀ ਪੜ੍ਹ ਰਹੇ ਹਾਂ। ਠੀਕ ਹੈ। ਵੈਸੇ ਮੈਂ ਤਾਂ 17 ਜਨਵਰੀ 1872 ਹੀ ਪੜ੍ਹਿਆ ਹੋਇਆ ਵਾ ਕਿ ਤੋਪਾਂ ਨਾਲ ਉਡਾ ਦਿੱਤਾ ਸੀਗਾ, ਪਰ ਕਿਸੇ ਬੁੱਕ 'ਚ ਤੁਹਾਨੂੰ 17-18 ਮਿਲ ਜਾਵੇਗਾ। 17-18 ਇੱਥੇ ਮੈਟਰ ਨਹੀਂ ਕਰਦਾ, 1872 ਜ਼ਿਆਦਾ ਮੈਟਰ ਕਰਦਾ। ਤੇ ਉਹ ਕੋਈ ਬੁੱਕਸ ਦੇ ਵਿੱਚ 49 ਜਾਣੀ ਕਿ ਟੋਟਲ ਤਾਂ 66 ਜਾਂ 65 ਸੀਗੇ, ਉਹਨਾਂ ਦੇ ਵਿੱਚੋਂ 49 ਨੂੰ ਉਡਾਇਆ ਗਿਆ ਸੀ। ਹੁਣ ਇਹ ਐਗਜ਼ਾਮ ਦੇ ਵਿੱਚ PSSB ਵੱਲੋਂ ਇਦਾਂ ਹੀ ਲਿਆ ਗਿਆ ਵਾ, ਇਸ ਕਰਕੇ ਮੈਂ ਤੁਹਾਨੂੰ ਇਸੇ ਵੇ ਦੇ ਵਿੱਚ ਐਡ ਕਰਕੇ ਦੱਸਿਆ ਵਾ ਇਹ। ਠੀਕ ਹੈ ਕਿ 18 ਜਨਵਰੀ 1872 ਨੂੰ 66 ਕੂਕਿਆਂ ਨੂੰ ਤੋਪਾਂ ਦੇ ਨਾਲ ਸ਼ਹੀਦ ਕੀਤਾ ਗਿਆ ਸੀ। ਠੀਕ ਹੈ। ਤਾਂ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਹੈ ਮਿਸਟਰ ਕੋਵਨ। ਤੁਹਾਨੂੰ MCQ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਆ ਸਕਦਾ, ਇਸ ਕਰਕੇ ਮੈਂ ਤੁਹਾਨੂੰ ਇਹ ਦੱਸਿਆ ਪੂਰਾ। ਨੈਕਸਟ ਹੈ ਕੂਕਾ ਅੰਦੋਲਨ ਦੇ ਪਿਤਾਮਾ ਕੌਣ ਸਨ? ਹਾਂਜੀ ਕੂਕਾ ਅੰਦੋਲਨ ਦੇ ਪਿਤਾਮਾ ਕੌਣ ਆ? ਜਿਵੇਂ ਇਸ ਦੇ ਸੰਸਥਾਪਕ ਤਾਂ ਬਾਬਾ ਬਾਲਕ ਸਿੰਘ ਸੀ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ। ਠੀਕ ਹੈ। ਪਰ ਕੂਕਾ ਅੰਦੋਲਨ ਦੇ ਪਿਤਾਮਾ ਕਿਹਨੂੰ ਮੰਨਿਆ ਗਿਆ? ਬਾਬਾ ਰਾਮ ਸਿੰਘ ਨੂੰ, ਕਿਉਂਕਿ ਇਹਨਾਂ ਨੇ ਇੱਕ ਵੱਖਰਾ ਫਿਰਕਾ ਸ਼ੁਰੂ ਕਰ ਦਿੱਤਾ ਸੀ, ਇਸ ਨੂੰ ਇੱਕ ਵੱਖਰਾ ਰੂਪ ਦੇ ਦਿੱਤਾ ਸੀ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਸਿੰਘ ਸਭਾ ਅੰਦੋਲਨ ਕਦੋਂ ਆਇਆ? ਹਾਂਜੀ ਕੂਕਾ ਸਭ ਤੋਂ ਪਹਿਲਾਂ ਦੇਖੋ ਨਿਰੰਕਾਰੀ ਲਹਿਰ ਚੱਲੀ, ਫਿਰ ਰਾਧਾ ਸੁਆਮੀ ਮੱਤ ਆ ਗਿਆ ਜੋ ਕਿ ਹੁਣ ਵੀ ਆ ਪੰਜਾਬ ਦੇ ਵਿੱਚ, ਫਿਰ ਨਾਮਧਾਰੀ ਜਾਂ ਕੂਕਾ ਲਹਿਰ ਆ ਗਈ, ਹੁਣ ਸਮਾਜਿਕ ਸੁਧਾਰ, ਫਿਰ ਸਮਾਜਿਕ ਸੁਧਾਰਾਂ ਬਾਰੇ ਥੋੜਾ ਬਹੁਤਾ ਚੱਲਿਆ ਮਤਭੇਦ, ਮਤਲਬ ਇਹ ਸਮਾਜਿਕ ਸੁਧਾਰਾਂ ਵਿੱਚ ਹੀ ਸੀ ਅਸਲ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਸਿੰਘ ਸਭਾ ਲਹਿਰ ਦਾ ਜਨਮ ਹੋਇਆ ਜਾਂ ਸਿੰਘ ਸਭਾ ਅੰਦੋਲਨ ਦਾ ਜਨਮ ਹੋਇਆ। ਠੀਕ ਹੈ। ਤਾਂ ਸਿੰਘ ਸਭਾ ਅੰਦੋਲਨ ਕਦੋਂ ਹੋਂਦ ਵਿੱਚ ਆਇਆ? ਇੱਥੇ ਗੱਲ ਇਹ ਹੋ ਰਹੀ ਹੈ ਜੀ। ਤਾਂ ਜੇ ਆਪਾਂ ਗੱਲ ਕਰੀਏ ਸਿੱਖ ਧਰਮ ਤੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਚੱਲ ਰਹੀਆਂ ਸੀ ਨਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਜਾਣੀ ਕਿ ਵੈਰ ਆ ਗਏ ਸੀ, ਜਾਂ ਆਪਾਂ ਕਹਿ ਸਕਦੇ ਹਾਂ ਜੋ ਗਿਰਾਵਟ ਆ ਰਹੀ ਸੀ, ਉਹਨੂੰ ਦੂਰ ਕਰਨ ਅਤੇ ਸਿੱਖ ਧਰਮ ਦੀ ਪੁਰਾਣੀ ਮਰਿਆਦਾ ਨੂੰ ਸਥਾਪਿਤ ਕਰਨ ਦੇ ਲਈ 1 ਅਕਤੂਬਰ 1873 ਈਸਵੀ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਇੱਕ ਭਾਰੀ ਸਭਾ ਬੁਲਾਈ ਗਈ ਸੀ। ਸਾਰਿਆਂ ਨੇ ਮਿਲ ਕੇ ਸਿੰਘ ਸਭਾ ਦੇ ਨਾਮ ਹੇਠ ਇੱਕ ਸੰਗਠਨ ਬਣਾ ਲਿਆ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਇਸ ਦਾ ਪਹਿਲਾ ਪ੍ਰਧਾਨ ਅਤੇ ਗਿਆਨੀ ਗਿਆਨ ਸਿੰਘ ਨੂੰ ਇਸ ਦਾ ਸਕੱਤਰ ਨਿਯੁਕਤ ਕਰਤਾ ਸੀ। ਤੇ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਜਿਹੜੀ ਇਹ ਲਹਿਰ ਬਣੀ ਸੀਗੀ, ਇਸ ਦੇ ਮੈਂਬਰਾਂ ਦੀ ਗਿਣਤੀ ਤਾਂ 95 ਹੀ ਸੀ, ਪਰ ਪਿੱਛੋਂ ਹੌਲੀ-ਹੌਲੀ ਵੱਧਦੀ ਗਈ। ਸਿੰਘ ਸਭਾ ਦੇ ਸਾਰੇ ਫੈਸਲੇ ਬਹੁਮਤ ਨਾਲ ਪਾਸ ਹੋਣ ਲੱਗੇ ਸੀ। ਠੀਕ ਹੈ, ਸ਼ੁਰੂ ਹੋ ਗਏ ਸੀ। ਤੇ ਇਸ ਦੇ ਮਤਲਬ ਜਿਹੜਾ ਮੇਨ ਕਾਰਨ ਸੀ ਉਹ ਇਹ ਨਿਕਲਿਆ ਕਿ ਗੁਰਮੁਖ ਸਿੰਘ ਨੇ 1879 ਈਸਵੀ ਵਿੱਚ ਲਾਹੌਰ ਵਿਖੇ ਆਪਣੀ ਪਹਿਲੀ ਅਗਵਾਈ ਹੇਠ ਇੱਕ ਵੱਖਰੀ ਸਿੰਘ ਸਭਾ ਸਥਾਪਿਤ ਕਰ ਲਈ ਸੀ ਤੇ ਵਧੇਰੇ ਸਿੱਖ ਆ ਜਿਹੜੇ ਉਧਰ ਚਲੇ ਗਏ ਸੀ। ਜਿਹੜੀ ਵੱਖਰੀ ਸਿੰਘ ਸਭਾ ਸਥਾਪਿਤ ਹੋਈ ਸੀ ਉਹ ਆਪਣਾ ਸੰਬੰਧ ਅੰਮ੍ਰਿਤਸਰ ਦੀ ਸਿੰਘ ਸਭਾ ਨਾਲੋਂ ਤੋੜ ਕੇ ਲਾਹੌਰ ਵਿਧੀ ਸਭਾ ਨੂੰ ਜੁੜ ਗਏ ਸੀ। ਤੇ ਉਸ ਤੋਂ ਬਾਅਦ ਮਤਲਬ ਫਿਰ ਆਪਾਂ ਅੱਗੇ ਗੱਲ ਕਰਾਂਗੇ ਕਿ ਕੀ ਹੋਇਆ। ਸਿੰਘ ਸਭਾ ਅੰਦੋਲਨ ਹੁਣ ਕਦੋਂ ਆਇਆ ਸੀ ਇਹ ਤੁਸੀਂ ਆਰਾਮ ਨਾਲ ਦੱਸ ਸਕਦੇ ਹੋ, ਮੈਂ ਤੁਹਾਨੂੰ ਦੱਸ ਚੁੱਕੀ ਹਾਂ 1873 ਦੇ ਵਿੱਚ। ਆਪਸ਼ਨ ਈ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ
हाँ जी नैक्सट MCQ आ ਸਿੰਘ ਸਭਾ ਲਹਿਰ ਦੇ ਪਹਿਲੇ ਮੁਖੀ ਕੌਣ ਸਨ। हाँ जी ਸਿੰਘ ਸਭਾ ਦੇ ਪਹਿਲੇ ਮੁਖੀ ਕੌਣ ਸਨ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਿੰਘ ਸਭਾ ਜਿਹੜੇ ਸਭਾ ਬੁਲਾਈ ਗਈ ਸੀਗੀ ਠੀਕ ਹੈ ਤੇ ਇਸ ਦੇ ਪ੍ਰਧਾਨ ਬਣਾ ਦਿੱਤੇ ਗਏ ਸੀਗੇ ਸਰਦਾਰ ਠਾकुर ਸਿੰਘ ਸੰਧਾਵਾਲੀਆ। ਤਾਂ ਆਪਸ਼ਨ ਨੰਬਰ ਸੱਸਾ ਇਸ ਦਾ ਰਾਈਟ ਆਂਸਰ ਹੈ। ਨੈਕਸਟ ਹੈ ਜੀ आर्या समाज अंदोलन कदों आया। हाँ जी हुण आर्या समाज अंदोलन देखो एक जे आपां गल करिए ना आर्या समाज दी आर्या समाज इदां दा दूजा अंदोलन सी जिहड़ा आया सी। देखो कुछ अंदोलन का जन्म तो पंजाब दे विच ही होया जिवें कूका अंदोलन हो गया ठीक है सिंह सभा लहर हो गई नामधारी आपां राधा स्वामी मत हो गया निरंकारी लहर हो गई। ये पंजाब दे अंदोलन से पंजाब दे लोकां वल्लों शुरू कीते गए सी पर कुछ अंदोलन पंजाब तो बाहरों आए सी। सब तो पहला जिवें पंजाब विच ब्रिटिश राज दौरान कई समाजिक धार्मिक अंदोलन होए सी ते सब तो पहला बंगाल तो 1828 ईस्वी दे विच राजा राम मोहन राय वालों शुरू किया अंदोलन ब्रह्मो समाज पंजाब दे विच पहुंचिया सी ते इस दी शुरुआती जां इस दी ब्रांच आ जिहड़ी ओह 1864 ईस्वी दे विच लाहौर दे विच खुली सी। उस तो बाद दूजे वेरे फिर अंदोलन आया दयानंद सरस्वती वालों शुरू किया गया आर्या समाज अंदोलन बंबई तो पंजाब दे विच पहुंचिया सी 1875 ईस्वी दे विच ते इसे साल आर्या समाज दी लाहौर विच ब्रांच खोली गई सी ठीक है। तो हुण देखो आर्या समाज अंदोलन कदों आया सी मैं तुहानूं दस चुकी हाँ 1875 दे विच। ऑप्शन आड़ा इज द राइट आंसर। हाँ जी नैक्सट है देव समाज अंदोलन दे पितामह कौन सन। हाँ जी देव समाज अंदोलन भी आया फिर उस तो बाद ठीक है। देव समाज अंदोलन आ जिहड़ा ਇਹਦੇ पितामह कौन सन इन्ना ज़्यादा इंपॉर्टेंट नहीं गा ठीक है। जो आर्या समाज ब्रह्मो समाज बाहरले अंदोलनों के विचों इंपॉर्टेंट है तो पंजाब के अंदोलन तुहाडे लई इंपॉर्टेंट है ठीक है। तो जे आपां गल करिए देव समाज अंदोलन की यह शिव नारायण अग्निहोत्री इस दे मोढी मन्ने जाते हैं। ऑप्शन वुड इज द राइट आंसर। नैक्सट है जी अहमदिया अंदोलन के पितामह कौन सन। हाँ जी अहमदिया अंदोलन फिर भी एक बार कर लिया करो जो मैं अनइंपॉर्टेंट बोलती है ना जिवें ये दो MCQ आ जिहड़े देव समाज अंदोलन ते अहमदिया अंदोलन दे आ कदे भी पूछे नहीं गए एग्जाम च पर फिर भी मैं ऐड कर दिते कि कई बार पता नहीं हुंदा बाहरों मतलब कि आउट ऑफ सिलेबस तो चलो आउट ऑफ सिलेबस तो नहीं कह सकते इनू मतलब कि कई बार ज़्यादा डूंघाई चो लै लिया जाता जिहदे बारे आपां नूं नहीं पता हुंदा। तां अहमदिया अंदोलन के पितामह सन मिर्जा गुलाम अहमद ठीक है। कौन सी मिर्जा गुलाम अहमद। ऑप्शन इट इज द राइट आंसर। नैक्सट है हाँ जी गदर पार्टी। गदर पार्टी की जे आप गल करिए तो गदर पार्टी के पितामह कौन सन। तो सब तो पहला गदर पार्टी भी इंपॉर्टेंट है तुहाडे लई तो गदर पार्टी भी मैं तुहानूं पूरी डिटेल दे विच दस दिंदी हां। देखो जिहड़ा गदर अंदोलन सी ये देश भगतां लोकतंत्रियां अते पढ़े लिखे प्रवासी भारतीयों की लहर सी ठीक है जो भारत नूं अंग्रेजी साम्राज की गुलामी तो आज़ाद करवाउणा चाहुंदे सी। इन्हां विचों बहुत ज़्यादा तो पंजाबी सीगे पर गदर पार्टी कनेडा ते अमेरिका विच रहिंदे जिहड़े लोग सी भारती प्रवासी सी उन्हां ने 1913 दे विच बनाई सी ते इस दे संस्थापक सीगे सरदार सोहन सिंह पकना ते पार्टी का मुख्य दफ्तर फ्रांसिस्को दे विच बनाया गया सी। इस पार्टी दे पिछों लाला हरदयाल दी जिहड़ी सोच सी लाला हरदयाल इन्हां दी सोच सी ये पार्टी पिछे जिन्हां नूं इंग्लैंड दी ऑक्सफोर्ड यूनीवर्सिटी तो आज़ादी अंदोलन नाल जुड़ियां गतिविधियां करके बाहर कढ दिता गया सी ते इस तो पिछों अमेरिका चले गए सी ते उन्हां ने भारतीय प्रवासियों नूं जोड़ना शुरू किया ते गदर पार्टी की स्थापना करती सी। तां पार्टी दे वधेरे मैंबर पंजाब दे साबका सैनिक ते किसान ही सन ते इस करके जिहड़ी आपां कह सकते हैं कि ये बोल दिता जाता कि ये जिहड़ी पार्टी आ बाहरले जां कह सकते हैं कनेडा जां अमेरिका दे विचों शुरू की गई सी ते बाहरों आके संपूर्ण आज़ादी लई भारत विच गदरियां ने 28 फरवरी 1915 ईस्वी का दिन हथियारबंद बगावत लई नियत किया ते भारतीय फौज दे सिख दस्तियां उपर टेक रखी कि वह बगावत का झंडा चुकणगे पर तालमेल की घाट कारण ये असफल हो गया सी यूनिटी की घाट कारण ठीक है। उन्हां दी इस कोशिश दे लई 46 गदरियां नूं भी फांसी दे दित्ती गई सी ते 194 नूं कैद की सज़ा दे दित्ती गई सी उम्र कैद की अते 93 नूं भी सज़ावां दित्तियां गईयां सी ठीक है। इन्हां विचों 42 नूं रिहा कर दिता गया सी। तां गदर पार्टी के पितामह कौन सन। ये सन लाला हरदयाल। ऑप्शन
ਸੱਸਾ ਇਸ ਦਾ ਰਾਈਟ ਆਨਸਰ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੋਚ ਸੀਗੀ ਲਾਲਾ ਹਰਦਿਆਲ ਦੀ, ਉਹਨਾਂ ਨੇ ਸਟਾਰਟ ਕੀਤਾ ਸੀ, ਪਰ ਅਸਲੀ ਸੰਸਥਾਪਕ ਇਹਨਾਂ ਦੇ ਮੰਨਿਆ ਜਾਂਦਾ ਵਾ, ਇਹ ਤਾਂ ਪਿਤਾਮਾ ਵਾ ਨਾ, ਅਸਲੀ ਸੰਸਥਾਪਕ ਮੰਨਿਆ ਜਾਂਦਾ ਵਾ ਸੋਹਣ ਸਿੰਘ ਭਕਨਾ ਨੂੰ। ਸੋਚ ਲਾਲਾ ਹਰਦਿਆਲ ਦੀ ਸੀ। ਕੁਝ ਆਨਸਰ ਆਪਸ਼ਨ ਤੇ ਵੀ ਡਿਪੈਂਡ ਕਰਦੇ ਆ, ਇਸ ਕਰਕੇ ਤੁਹਾਨੂੰ ਦੱਸ ਦਿੰਨੀ ਆ ਮੈਂ ਨਾਲ। ਗਦਰ ਪਾਰਟੀ ਕਦੋਂ ਬਣਾਈ ਗਈ ਸੀ? ਹਾਂਜੀ, ਗਦਰ ਪਾਰਟੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ 1913 ਦੇ ਵਿੱਚ ਬਣਾਈ ਗਈ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਗਦਰ ਪਾਰਟੀ ਦਾ ਹੈੱਡਕੁਆਰਟਰ ਕਿੱਥੇ ਸੀ? ਗਦਰ ਪਾਰਟੀ ਦਾ ਹੈੱਡਕੁਆਰਟਰ ਸੀ ਸੈਨ ਫਰਾਂਸਿਸਕੋ ਦੇ ਵਿੱਚ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਗਦਰ ਕੀ ਸੀ? ਹਾਂਜੀ, ਗਦਰ ਕੀ ਸੀ? ਰੇਲ ਗੱਡੀ ਸੀ, ਬੱਸ ਸੀ, ਜਹਾਜ਼ ਸੀ ਜਾਂ ਅਖਬਾਰ ਸੀ? ਅਖਬਾਰ ਸੀ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਗਦਰ ਅਖਬਾਰ ਕਿਹੜੀ ਭਾਸ਼ਾ ਦੇ ਵਿੱਚ ਨਹੀਂ ਛਪਦਾ ਸੀ? ਹਾਂਜੀ, ਗਦਰ ਅਖਬਾਰ ਹਿੰਦੀ, ਪੰਜਾਬੀ ਤੇ ਮਰਾਠੀ ਦੇ ਵਿੱਚ ਛਪਦਾ ਸੀ, ਪਰ ਫਾਰਸੀ ਦੇ ਵਿੱਚ ਨਹੀਂ ਛਪਦਾ ਸੀ। ਆਪਸ਼ਨ ਈ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਗਦਰ ਪਾਰਟੀ ਦੇ ਕੈਸ਼ੀਅਰ ਕੌਣ ਸੀ? ਹਾਂਜੀ, ਗਦਰ ਪਾਰਟੀ ਦੇ ਕੈਸ਼ੀਅਰ ਸੀਗੇ ਕਾਸ਼ੀ ਰਾਮ। ਆਪਸ਼ਨ ਈ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਗਦਰ ਅਖਬਾਰ ਦਾ ਮੁੱਖ ਸੰਪਾਦਕ ਕੌਣ ਸੀ? ਹਾਂਜੀ, ਗਦਰ ਅਖਬਾਰ ਦੇ ਜਿਹੜੇ ਮੁੱਖ ਸੰਪਾਦਕ ਸੀਗੇ ਉਹ ਕੌਣ ਸੀਗੇ? ਉਹ ਸੀ ਜੀ ਲਾਲਾ ਹਰਦਿਆਲ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ ਨੈਕਸਟ ਆਪਾਂ ਕਰਦੇ ਹਾਂ ਇਸ ਦੇ ਨਾਲ ਰਿਲੇਟਿਡ ਕੁਝ ਹੋਰ ਇੰਪੋਰਟੈਂਟ MCQ ਆ ਜਿਹੜੇ। ਕਾਮਾਗਾਟਾ ਮਾਰੂ ਕੀ ਸੀ? ਹਾਂਜੀ, ਕਾਮਾਗਾਟਾ ਮਾਰੂ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ ਆਪਣੇ ਪੇਪਰਾਂ ਦੇ ਵਿੱਚ, ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਕਾਮਾਗਾਟਾ ਮਾਰੂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇੱਕ ਟੌਪਿਕ ਹੈ ਨਾ ਆਪਣੇ ਸਿੱਖ ਇਤਿਹਾਸ ਦੇ ਵਿੱਚ। ਕਾਮਾਗਾਟਾ ਮਾਰੂ ਦੀ ਜਿਹੜੀ ਘਟਨਾ ਵਾ, ਤਾਂ ਕਾਮਾਗਾਟਾ ਮਾਰੂ ਇੱਕ ਕੀ ਸੀ? ਇੱਕ ਜਹਾਜ਼ ਸੀ, ਜਾਪਾਨ ਦਾ ਜਹਾਜ਼ ਸੀ। ਇਹ ਵੀ ਪੁੱਛਿਆ ਜਾ ਸਕਦਾ ਕਿਹੜੇ ਦੇਸ਼ ਦਾ ਜਹਾਜ਼ ਸੀ? ਇਹ ਸੀਗਾ ਜਾਪਾਨ ਦਾ। ਕਾਮਾਗਾਟਾ ਮਾਰੂ ਦੀ ਘਟਨਾ ਬਹੁਤ ਇੰਪੋਰਟੈਂਟ ਹੈ, ਇਸ ਕਰਕੇ ਡਿਟੇਲ ਦੇ ਵਿੱਚ ਦੱਸ ਦਿੰਨੀ ਆ। ਦੇਖੋ, ਜੇ ਆਪਾਂ ਗੱਲ ਕਰੀਏ ਕੈਨੇਡਾ ਦੇ ਵਿੱਚ ਨਾ ਪੰਜਾਬੀ ਭਾਰਤੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਦੇ ਲਈ ਉੱਥੋਂ ਦੀ ਸਰਕਾਰ ਨੇ 1907 ਈਸਵੀ ਨੂੰ ਐਲਾਨ ਕੀਤਾ ਸੀ ਕਿ ਕੈਨੇਡਾ ਵਿੱਚ ਉਹੀ ਦਾਖਲ ਹੋ ਸਕਦਾ ਜੋ ਸਿੱਧੀ ਭਾਰਤ ਤੋਂ ਸਿੱਧੀ ਟਿਕਟ ਯਾਨੀ ਕਿ $200 ਲੈ ਕੇ ਆਵੇਗਾ। ਤਾਂ ਉਸ ਸਮੇਂ ਕੋਈ ਵੀ ਜਹਾਜ਼ ਸਿੱਧਾ ਭਾਰਤ ਤੋਂ ਕੈਨੇਡਾ ਦਾ ਨਹੀਂ ਜਾਂਦਾ ਸੀ। ਤੇ ਬਾਬਾ ਗੁਰਦਿੱਤ ਸਿੰਘ ਸੀਗੇ ਜੋ ਜ਼ਿਲ੍ਹਾ ਤਰਨਤਾਰਨ ਦੇ ਸੀ ਇਹ, ਤੇ ਉਹ ਉਸ ਸਮੇਂ ਮਲੇਸ਼ੀਆ ਦੇ ਵਿੱਚ ਵਪਾਰ ਕਰਦੇ ਸੀ। ਤੇ ਇਹਨਾਂ ਨੇ ਗੁਰੂ ਨਾਨਕ ਤੇ ਉਹਨਾਂ ਨੇ ਕੀ ਕੀਤਾ ਸੀ ਕਿ ਉਹਨਾਂ ਨੇ ਗੁਰੂ ਨਾਨਕ ਆਪਾਂ ਕਹਿ ਸਕਦੇ ਗੁਰੂ ਨਾਨਕ ਨਾਮ ਦੀ ਇੱਕ ਰਾਸ਼ਨ ਕੰਪਨੀ ਬਣਾਈ ਅਤੇ ਫਿਰ ਜਾਪਾਨੀ ਕੰਪਨੀ ਦੇ ਕੋਲੋਂ ਇਹ ਕਾਮਾਗਾਟਾ ਮਾਰੂ ਜਹਾਜ਼ ਲੈ ਲਿਆ ਸੀ 6 ਮਹੀਨੇ ਦੇ ਲਈ ਠੇਕੇ ਤੇ ਲਿਆ ਸੀ। ਠੀਕ ਹੈ, ਤੇ ਇਸ ਦੇ ਵਿੱਚ ਉਹਨਾਂ ਨੇ 376 ਯਾਤਰੀਆਂ ਨੂੰ ਲੈ ਲਿਆ ਤੇ ਨਾਲ ਉਹ ਕੀ ਕਰਨ ਲੱਗੇ ਵਪਾਰ ਦੇ ਕਰਕੇ, ਠੀਕ ਹੈ, ਲੱਦ ਕੇ ਉਹ ਵਪਾਰ ਕਰਨ ਲਈ 23 ਮਈ 1914 ਈਸਵੀ ਨੂੰ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਪਹੁੰਚ ਗਏ। ਤੇ ਇਸ ਦੇ ਵਿੱਚ 340 ਸਿੱਖ ਸੀ, 24 ਮੁਸਲਮਾਨ ਤੇ 12 ਹਿੰਦੂ। ਜਹਾਜ਼ ਨੂੰ ਕੈਨੇਡਾ ਵਿੱਚ ਤਾਂ ਦਾਖਲ ਹੋਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਇਹ ਕੈਨੇਡਾ ਦੇ ਕਾਨੂੰਨ ਦੇ ਵਿਰੋਧ ਸੀਗਾ। ਸਿਰਫ 22 ਵਿਅਕਤੀ ਉਹਦੇ ਵਿੱਚ ਇਦਾਂ ਦੇ ਸੀ ਜਿਨ੍ਹਾਂ ਨੂੰ ਦਾਖਲ ਹੋਣ ਦੀ ਆਗਿਆ ਮਿਲੀ ਕਿਉਂਕਿ ਉਹ ਕੈਨੇਡਾ ਦੇ ਵਿੱਚ PR ਸੀ, ਪੱਕੇ ਸੀ। ਤੇ ਜਹਾਜ਼ ਵਿੱਚ ਗਿਣਤੀ ਦੇ ਦਿਨਾਂ ਦਾ ਜਿਹੜਾ ਰਾਸ਼ਨ ਆ ਉਹ ਰੱਖਿਆ ਹੋਇਆ ਸੀਗਾ, ਉਹ ਵੀ ਖਤਮ ਹੋ ਗਿਆ। 2 ਮਹੀਨੇ ਖੁਆਰ ਕਰਨ ਤੇ ਜਹਾਜ਼ ਨੂੰ ਵਾਪਸ ਮੋੜਨ ਲਈ ਇੱਕ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਇਸ ਨੂੰ ਘੇਰਾ ਪਾ ਲਿਆ ਸੀ। ਠੀਕ ਹੈ, ਕਿੱਥੇ ਪਾਇਆ ਸੀਗਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 2 ਮਹੀਨੇ ਇਹਨਾਂ ਨੂੰ ਖੱਜਲ ਖਵਾਰ ਕੀਤਾ ਗਿਆ। ਫਿਰ ਵਾਪਸ ਮੋੜਨ ਦੇ ਲਈ ਰੌਨਵੋ ਜੰਗੀ ਜਹਾਜ਼ ਸੀਗਾ, ਉਹਨੇ ਇਸ ਮਤਲਬ ਇਹ ਜਦੋਂ ਵਾਪਸ ਭੇਜਣੇ ਸੀਗੇ ਉਹਨਾਂ ਨੂੰ ਘੇਰਾ ਪਾ ਲਿਆ ਸੀ, ਬੰਦੂਕਾਂ ਤੇ ਤੋਪਾਂ ਚਲਾਉਣ ਦੀ ਧਮਕੀ ਦਿੱਤੀ। ਇਸ ਦੇ ਵਿਰੋਧ ਵਿੱਚ ਵੈਨਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਗਾਉਣ ਦੀ ਧਮਕੀ ਦੇ ਦਿੱਤੀ ਸੀ। ਤੇ ਫਿਰ ਲਾਸਟ ਤੇ ਕੈਨੇਡਾ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਰਾਸ਼ਨ ਦੇ ਕੇ 23 ਜੁਲਾਈ 1914 ਈਸਵੀ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ, ਜੋ 29 ਸਤੰਬਰ ਨੂੰ ਕੋਲਕਾਤਾ ਪਹੁੰਚੇ। ਤੇ ਅੰਗਰੇਜ਼ ਸਰਕਾਰ ਦੀ ਪੁਲਿਸ ਵੱਲੋਂ ਬਾਬਾ ਜੀ ਜਾਂ ਆਪਾਂ ਕਹਿ ਸਕਦੇ ਹਾਂ ਜਿਹੜੇ ਬਾਬਾ ਸੀ ਬਾਬਾ ਗੁਰਦਿੱਤ ਸਿੰਘ ਅਤੇ ਬਾਕੀ ਮੁਸਾਫਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ 21 ਦੇ ਲਗਭਗ ਮੌਤਾਂ ਤੇ 300 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸੀ ਉਸ ਸਮੇਂ। ਬਾਬਾ ਗੁਰਦਿੱਤ ਸਿੰਘ ਤੇ ਕੁਝ ਮੁਸਾਫਿਰ ਤਾਂ ਬਚ ਨਿਕਲੇ ਤੇ ਬਾਕੀਆਂ ਨੂੰ ਇਕੱਠੇ ਕਰਕੇ ਪੰਜਾਬ ਭੇਜ ਦਿੱਤਾ ਗਿਆ ਸੀ। ਠੀਕ ਹੈ, ਤੇ ਫਿਰ ਲੰਬੇ ਸਮੇਂ ਤੋਂ ਬਾਅਦ 18 ਮਈ 2016 ਈਸਵੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ
ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵੱਲੋਂ ਵਾਪਸ ਭੇਜਣ ਦੇ ਸੰਬੰਧ ਵਿੱਚ ਭਾਰਤੀਆਂ ਤੋਂ ਮਾਫੀ ਵੀ ਮੰਗੀ ਆ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ, ਵੈਰੀ ਇੰਪੋਰਟੈਂਟ। ਤਾਂ ਉਮੀਦ ਕਰਦੀ ਹੈ ਕਿ ਕੁਛ ਨਾ ਕੁਛ ਤਾਂ ਤੁਹਾਨੂੰ ਪਤਾ ਲੱਗਿਆ ਹੋਣਾ। ਹੋ ਸਕਦਾ ਬਹੁਤ ਸਾਰੇ ਸਟੂਡੈਂਟਸ ਨੂੰ ਬੋਰਿੰਗ ਵੀ ਲੱਗੀ ਹੋਵੇ ਵੀਡੀਓ, ਤਾਂ ਮੈਨੂੰ ਲੱਗਦਾ ਸੀ ਕਿ ਇਹ ਦੱਸਣਾ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਇੰਪੋਰਟੈਂਟ ਆ। ਕਿਸੇ ਵੀ ਤਰ੍ਹਾਂ MCQ ਘੁਮਾ ਫਿਰਾ ਕੇ ਆ ਸਕਦਾ ਕਿ ਜਹਾਜ਼ ਕਿੱਥੇ ਜਾ ਕੇ ਉਤਰਿਆ ਸੀ, ਠੀਕ ਹੈ, ਕਿੱਥੋਂ ਸ਼ੁਰੂ ਹੋਇਆ ਸੀ, ਜਾਂ ਬਾਬਾ ਗੁਰਦਿੱਤ ਸਿੰਘ ਜੀ ਕੀ ਕੰਮ ਕਰਦੇ ਸੀ, ਕਿਹੜਾ ਕਿੱਤਾ ਸੀ ਉਹਨਾਂ ਦਾ, ਤਾਂ ਕੁਛ ਵੀ ਆ ਸਕਦਾ। ਕਾਮਾਗਾਟਾ ਕੀ ਸੀਗਾ, ਕਾਮਾਗਾਟਾ ਮਾਰੂ ਕੀ ਸੀ, ਹੁਣ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਇੱਕ ਜਾਪਾਨ ਦਾ ਜਹਾਜ਼ ਸੀ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਾਮਾਗਾਟਾ ਮਾਰੂ ਘਟਨਾ ਕਦੋਂ ਹੋਈ ਸੀ? ਹਾਂਜੀ, ਕਾਮਾਗਾਟਾ ਮਾਰੂ ਘਟਨਾ 1914 ਦੇ ਵਿੱਚ ਹੋਈ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਖਾਲਸਾ ਟਰੈਕਟਰ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ? ਹਾਂਜੀ, ਖਾਲਸਾ ਟਰੈਕਟਰ ਸੁਸਾਇਟੀ ਦੀ ਸਥਾਪਨਾ ਭਾਈ ਵੀਰ ਸਿੰਘ ਨੇ ਕੀਤੀ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਾਮਾਗਾਟਾ ਮਾਰੂ ਘਟਨਾ ਕਿੰਨੇ ਵਿਅਕਤੀਆਂ ਨੇ ਕੈਨੇਡਾ ਜਾਣਾ ਸੀ? ਹਾਂਜੀ, ਕਾਮਾਗਾਟਾ ਮਾਰੂ ਘਟਨਾ ਦੇ ਵਿੱਚ ਕਿੰਨੇ ਵਿਅਕਤੀ ਸੀ ਜਿਹੜੇ ਕੈਨੇਡਾ ਗਏ ਸੀ? ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, 376। ਆਪਸ਼ਨ ਈ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਜ਼ਿਲ੍ਹਿਆਂਵਾਲਾ ਬਾਗ ਘਟਨਾ ਕਦੋਂ ਹੋਇਆ? ਹਾਂਜੀ, ਜ਼ਿਲ੍ਹਿਆਂਵਾਲਾ ਬਾਗ, ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਜ਼ਿਲ੍ਹਿਆਂਵਾਲੇ ਬਾਗ ਦੀ ਜਿਹੜੀ ਘਟਨਾ ਵਾ ਇਹ ਕਦੋਂ ਹੋਈ ਸੀ? ਇਹ ਹੋਈ ਸੀ ਜੀ 13 ਅਪ੍ਰੈਲ 1919 ਨੂੰ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ, 1919 ਨੂੰ ਹੋਈ ਸੀ। ਤੇ ਜ਼ਿਲ੍ਹਿਆਂਵਾਲੇ ਬਾਗ ਬਾਰੇ ਜਿਹੜੇ ਸਟੂਡੈਂਟਸ ਨੂੰ ਪਤਾ ਤਾਂ ਬਹੁਤ ਵਧੀਆ ਗੱਲ ਹੈ, ਜਿਨ੍ਹਾਂ ਨੂੰ ਪਤਾ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਨੀ ਆ ਕਿ ਜ਼ਿਲ੍ਹਿਆਂਵਾਲੇ ਬਾਗ ਆ ਜਿਹੜਾ, ਇਹਦਾ ਕਾਰਨ ਕੀ ਸੀਗਾ। ਉਸ ਸਮੇਂ ਤੁਹਾਨੂੰ ਪਤਾ ਹੈ ਬ੍ਰਿਟਿਸ਼ ਦਾ ਰਾਜ ਸੀਗਾ, ਬ੍ਰਿਟਿਸ਼ ਸਰਕਾਰ ਦਾ ਰਾਜ ਸੀਗਾ। ਬ੍ਰਿਟਿਸ਼ ਸਰਕਾਰ ਨੇ 18 ਮਾਰਚ 1919 ਈਸਵੀ ਨੂੰ ਇੱਕ ਰੌਲਟ ਐਕਟ ਪਾਸ ਕੀਤਾ ਸੀਗਾ। ਰੌਲਟ ਐਕਟ ਕਿਉਂ ਪਾਸ ਕੀਤਾ ਗਿਆ ਸੀਗਾ? ਰੌਲਟ ਐਕਟ ਇਸ ਕਰਕੇ ਪਾਸ ਕੀਤਾ ਗਿਆ ਸੀ 18 ਮਾਰਚ 1919 ਨੂੰ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਹਰੇਕ ਲੋਕ ਭਾਰਤ ਦੇ ਵਿੱਚ ਅੰਦੋਲਨ ਬਣਾ ਲੈਂਦੇ ਆ, ਠੀਕ ਹੈ, ਆਪਦੀ ਆਪ ਜਿਹੜੇ ਅੰਦੋਲਨ ਬਣਦੇ ਸੀ ਉਹਨਾਂ ਨੂੰ ਦਬਾਉਣ ਦੇ ਲਈ ਰੌਲਟ ਐਕਟ ਪਾਸ ਹੋਇਆ ਸੀ, ਜਿਹਦੇ ਰੂਲ ਸੀਗੇ ਕਿ ਬਿਨਾਂ ਕਿਸੇ ਜੁਰਮ ਤੋਂ, ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਭਾਰਤੀਆਂ ਨੂੰ ਜੇਲ੍ਹ ਦੇ ਵਿੱਚ ਸਿੱਧੇ ਤੌਰ ਤੇ ਬੰਦ ਕਰ ਦੇਣਾ। ਠੀਕ ਹੈ, ਬਿਨਾਂ ਕਿਸੇ ਕਾਰਵਾਈ ਤੋਂ। ਤਾਂ ਇਸ ਰੌਲਟ ਐਕਟ ਦੇ ਅੰਤਰਗਤ ਪੁਲਿਸ ਨੇ ਕਈ ਸਾਜ਼ਿਸ਼ਾਂ ਬਣਾਈਆਂ ਸੀਗੀਆਂ। ਠੀਕ ਹੈ, ਮਹਾਤਮਾ ਗਾਂਧੀ ਨੇ ਇਸ ਐਕਟ ਦਾ ਵਿਰੋਧ ਦੇ ਵਿੱਚ ਹੜਤਾਲ ਕਰ ਦਿੱਤੀ ਤੇ ਬਾਅਦ ਚ ਕੀ ਹੋਇਆ ਕਿ ਅਹਿਮਦਨਗਰ, ਦਿੱਲੀ ਤੇ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਫਸਾਦ ਹੋ ਗਿਆ ਸੀ। ਵਿਗੜਦੀ ਹਾਲਤ ਉੱਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੇ ਹੁਕਮ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਸ ਸਮੇਂ ਆਪਾਂ ਦੋ ਪ੍ਰਸਿੱਧ ਨੇਤਾਵਾਂ ਸੀ, ਨੇਤਾ ਸੀਗੇ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਠੀਕ ਹੈ, ਅੰਮ੍ਰਿਤਸਰ ਦੇ ਵਿੱਚ, ਤੇ ਸ਼ਾਂਤੀਪੂਰਵਕ ਪ੍ਰੋਟੈਸਟ ਕਰਦੇ ਹੋਏ ਲੋਕਾਂ ਉੱਪਰ ਪੁਲਿਸ ਨੇ ਗੋਲੀ ਚਲਾ ਦਿੱਤੀ ਤੇ ਲੋਕ ਮਾਰੇ ਗਏ ਤੇ ਜ਼ਖਮੀ ਲੋਕਾਂ ਨੂੰ ਮੋਢਿਆਂ ਉੱਪਰ ਚੁੱਕ ਕੇ ਜ਼ਹਿਰ ਦੇ ਪੂਰੇ ਆਪਾਂ ਕਹਿ ਸਕਦੇ ਹਾਂ ਕਿ ਸਿਟੀ ਦੇ ਵਿੱਚ ਜਲੂਸ ਕੱਢ ਦਿੱਤਾ ਗਿਆ ਸੀ। ਸ਼ਹਿਰ ਵਾਸੀ ਜਿਹੜੇ ਸੀਗੇ ਉਹ ਭੜਕ ਗਏ, ਉਹਨਾਂ ਨੇ 5 ਜਣਾਂ ਨੂੰ ਵੀ ਮਾਰਿਆ। 3 ਥਾਂ ਤੇ ਸਥਾਨਿਕ ਬੈਂਕ ਲੁੱਟ ਕੇ ਅੱਗ ਵੀ ਲਗਾ ਦਿੱਤੀ ਸੀਗੀ ਤੇ ਇੱਕ ਅੰਗਰੇਜ਼ ਇਸਤਰੀ ਕੁਮਾਰੀ ਸ਼ੇਰਵੰਡ ਨੂੰ ਵੀ ਉਸ ਦੇ ਗੁੱਸੇ ਦਾ ਸ਼ਿਕਾਰ ਹੋਈ ਆ ਉਹਨਾਂ ਦੇ। ਸਰਕਾਰ ਨੇ ਸ਼ਹਿਰ ਦਾ ਪ੍ਰਬੰਧ ਜਨਰਲ ਡਾਇਰ ਨੂੰ ਸੌਂਪ ਦਿੱਤਾ। ਉਸ ਤੋਂ ਬਾਅਦ ਫਿਰ ਅੱਗੇ ਦੇਖੋ ਕੀ ਹੋਇਆ। ਅਜਿਹੇ ਵਾਤਾਵਰਣ ਦੇ ਵਿੱਚ, ਇਦਾਂ ਦੇ ਇਨਵਾਇਰਮੈਂਟ ਦੇ ਵਿੱਚ 13 ਅਪ੍ਰੈਲ 1919 ਈਸਵੀ ਨੂੰ ਕਹਿ ਸਕਦੇ ਹਾਂ ਆਪਾਂ ਕਿ 25,000 ਲੋਕ ਜ਼ਿਲ੍ਹਿਆਂਵਾਲੇ ਬਾਗ ਵਿੱਚ ਜਲਸਾ ਕੱਢਣ ਦੇ ਲਈ ਇਕੱਠੇ ਹੋ ਗਏ ਤੇ ਜਨਰਲ ਡਾਇਰ ਨੇ ਸਵੇਰੇ ਹੀ ਅਜਿਹੇ ਜਲਸਿਆਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ, ਪਰੰਤੂ ਲੋਕ ਤਾਂ ਗੁੱਸੇ ਵਿੱਚ ਸਨ, ਉਹਨਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤੇ ਜਲਸਾ ਆਪਣਾ ਆਰੰਭ ਕਰ ਦਿੱਤਾ। ਤਾਂ ਜਨਰਲ ਡਾਇਰ ਨੂੰ ਇਹ ਹੋ ਗਿਆ ਕਿ ਇਹਨਾਂ ਨੇ ਤਾਂ ਮੇਰੀ ਗੱਲ ਨਹੀਂ ਮੰਨੀ। ਉਹਨਾਂ ਨੇ ਆਪਣੇ 150 ਸੈਨਿਕਾਂ ਸਮੇਤ ਜ਼ਿਲ੍ਹਿਆਂਵਾਲੇ ਬਾਗ ਦੇ ਦਰਵਾਜ਼ੇ ਅੱਗੇ ਪਹੁੰਚ ਗਏ ਤੇ ਬਾਗ ਦੇ ਵਿੱਚੋਂ ਆਉਣ ਜਾਣ ਲਈ ਸਿਰਫ ਉਹੀ ਰਸਤਾ ਸੀ ਜਿੱਥੇ ਉਹ ਖੜੇ ਸੀ ਤੇ ਜਨਰਲ ਡਾਇਰ ਨੇ ਉਸ ਸਮੇਂ ਰਸਤੇ ਅੱਗੇ ਖਲੋ ਕੇ ਲੋਕਾਂ ਨੂੰ ਕਿਹਾ ਕਿ 3 ਮਿੰਟਾਂ ਦਾ ਸਮਾਂ ਦਿੰਨਾ, ਇੱਥੋਂ ਤਿੱਤਰ ਬਿੱਤਰ ਹੋ ਜਾਓ, ਨਹੀਂ ਫਿਰ ਮੈਂ ਤੁਹਾਡੇ ਤੇ ਗੋਲੀ ਚਲਾ ਦੇਣੀ ਆ। ਤਾਂ ਜਨਰਲ ਡਾਇਰ ਨੇ 3 ਮਿੰਟਾਂ ਪਿੱਛੋਂ ਗੋਲੀ ਦਾ ਹੁਕਮ ਦੇ ਦਿੱਤਾ। ਲਗਭਗ 1000 ਲੋਕ ਮਾਰੇ ਗਏ, 3000 ਤੋਂ ਵੱਧ ਜ਼ਖਮੀ ਹੋਏ ਤੇ ਇਸ ਘਟਨਾ ਪਿੱਛੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਨਵਾਂ ਮੋੜ ਆਇਆ। ਪਤਾ ਕੀ ਆਇਆ? ਇਸ ਘਟਨਾ ਦਾ ਬਦਲਾ ਸਰਦਾਰ ਉਦਮ ਸਿੰਘ ਨੇ 21 ਸਾਲਾਂ ਬਾਅਦ ਲਿਆ ਸੀ ਇੰਗਲੈਂਡ ਦੇ ਵਿੱਚ ਸਰ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ। ਤੇ ਇਹ ਵਿਅਕਤੀ ਉਸ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀਗਾ ਜਿਹੜਾ ਰੋਕ ਸਕਦਾ ਸੀ ਉਹਨਾਂ ਨੂੰ। ਠੀਕ ਹੈ, ਇਹ ਘਟਨਾ ਨੂੰ। ਤਾਂ ਇਹ ਬਹੁਤ ਇੰਪੋਰਟੈਂਟ ਆ ਸਿੱਖ ਇਤਿਹਾਸ ਦੇ ਵਿੱਚ। ਇਹਦੀ ਹਿਸਟਰੀ ਵੀ ਤੁਹਾਨੂੰ ਉਮੀਦ ਕਰਦੀ ਹਾਂ ਕਿ ਕੁਛ ਤਾਂ ਪਤਾ ਲੱਗਿਆ ਹੋਣਾ ਮੇਰੇ ਤੋਂ, ਪਰ ਜਿੰਨੇ ਵੀ ਟਾਈਮ ਦੇ ਵਿੱਚ ਮੈਂ ਜਿੰਨਾ ਦੱਸ ਸਕਦੀ ਹੁੰਨੀ ਆ ਜ਼ਰੂਰ ਦੱਸਦੀ ਹਾਂ ਤੁਹਾਨੂੰ।
ਨੈਕਸਟ ਹੈ ਜੀ, ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਹੱਤਿਆਕਾਂਡ ਦਾ ਬਦਲਾ ਕਦੋਂ ਲਿਆ? ਹੁਣ ਦੇਖੋ ਜਲਿਆਂਵਾਲਾ ਬਾਗ ਹੱਤਿਆਕਾਂਡ ਕਦੋਂ ਹੋਇਆ ਸੀ? 1919 ਈਸਵੀ ਦੇ ਵਿੱਚ ਹੋਇਆ ਸੀ। ਠੀਕ ਹੈ, ਤੇ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਨੇ ਬਦਲਾ ਲਿਆ ਸੀ। ਤਾਂ ਕਦੋਂ ਲਿਆ ਫਿਰ ਹੁਣ ਤੁਸੀਂ ਆਪ ਦੱਸ ਸਕਦੇ ਹੋ। ਇਹ 1940 ਦੇ ਵਿੱਚ। ਤਾਂ ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ। ਠੀਕ ਹੈ, 1940 ਚ। ਨੈਕਸਟ ਹੈ ਜੀ, ਸਰ ਮਾਈਕਲ ਉਡਵਾਇਰ ਨੂੰ, ਹਾਂਜੀ ਸਰ ਮਾਈਕਲ ਉਡਾਇਰ ਨੂੰ ਲੰਡਨ ਦੇ ਵਿੱਚ ਕਿਹੜੇ ਹਾਲ ਵਿੱਚ ਸ਼ਹੀਦ ਊਧਮ ਸਿੰਘ ਨੇ ਮਾਰਿਆ ਸੀ? ਹਾਂਜੀ, ਕਿਹੜਾ ਹਾਲ ਸੀਗਾ ਜਿਹਦੇ ਵਿੱਚ ਸਰ ਮਾਈਕਲ ਉਡਾਇਰ ਨੂੰ, ਠੀਕ ਹੈ, ਸਰਦਾਰ ਊਧਮ ਸਿੰਘ ਨੇ ਮਾਰਿਆ ਸੀ। ਮਾਈਕਲ ਉਡਵਾਇਰ ਪੂਰਾ ਨਾਮ ਹੈ ਇਹਨਾਂ ਦਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ ਇਹਨਾਂ ਨੂੰ ਕਿੱਥੇ ਮਾਰਿਆ ਗਿਆ ਸੀ? ਕਿਹੜਾ ਹਾਲ ਸੀ ਉਹ? ਕੈਕਸਟਨ ਦਾ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਨੈਕਸਟ ਹੈ, ਹਾਂਜੀ SGPC ਬਹੁਤ ਸੁਣਿਆ ਹੋਣਾ ਤੁਸੀਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ। ਇੱਕ ਤਾਂ ਹੁੰਦਾ ਕਿ ਇਹ ਕਦੋਂ ਬਣੀ ਸੀ। ਮੈਨੂੰ ਬਹੁਤ ਸਾਰੇ ਸਟੂਡੈਂਟਸ ਨੇ ਕਮੈਂਟ ਵੀ ਕੀਤਾ ਸੀ ਕਿ 19 ਤੇ 20 ਤੇ 25 ਦੇ ਵਿੱਚ ਕੀ ਫਰਕ ਹੈ ਇਹਦੇ ਵਿੱਚ। 19 20 ਕੋਈ 19 ਕਹਿੰਦਾ, ਨਹੀਂ ਸੌਰੀ, ਕੋਈ 20 ਕਹਿੰਦਾ, ਕੋਈ 25 ਕਹਿੰਦਾ। ਇਹ ਮੈਨੂੰ ਕਮੈਂਟ ਵੀ ਆਏ ਸੀ। ਤਾਂ SGPC ਕਦੋਂ ਬਣੀ ਸੀ ਤੇ ਕਦੋਂ ਪਾਸ ਹੋਈ ਸੀ, ਇਹ ਹੈ ਇਸ ਦਾ ਮਤਲਬ। ਠੀਕ ਹੈ, ਬਣੀ ਸੀ 1920 ਦੇ ਵਿੱਚ, ਪਾਸ ਹੋਈ ਸੀ 1925 ਦੇ ਵਿੱਚ। ਤਾਂ SGPC ਕਦੋਂ ਬਣੀ ਸੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਬਣੀ ਸੀ? 1920 ਚ ਬਣੀ ਸੀ। ਪਰ ਕਦੋਂ? 15 ਨਵੰਬਰ 1920 ਚ ਬਣੀ ਸੀ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਠੀਕ ਹੈ, ਦੇਖੋ ਗੁਰਦੁਆਰਿਆਂ ਦਾ ਜਿਹੜਾ ਨਾ ਪ੍ਰਬੰਧ ਸੀਗਾ ਉਸ ਸਮੇਂ ਮਹੰਤਾਂ ਦੇ ਹੱਥ ਦੇ ਵਿੱਚ ਸੀਗਾ। ਕਿਹਦੇ ਹੱਥ ਵਿੱਚ ਸੀਗਾ? ਮਹੰਤਾਂ ਦੇ ਹੱਥ। ਮਹੰਤ ਜਿਵੇਂ ਆਪਾਂ ਕਹਿ ਸਕਦੇ ਹਾਂ, ਜਿਵੇਂ ਮੈਂ ਤੁਹਾਨੂੰ ਹੁਣ ਦੱਸ ਸਕਦੀ ਹਾਂ ਇੱਥੇ ਕਿ ਸਿੱਖ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਹੱਥ ਵਿੱਚ ਹੋਵੇ ਗੁਰਦੁਆਰਿਆਂ ਦਾ ਪ੍ਰਬੰਧ। ਠੀਕ ਹੈ, ਇਸ ਕਰਕੇ ਕਈ ਮੋਰਚੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਮਾਣ ਤੋਂ ਪਹਿਲਾਂ। ਆਪਾਂ ਕਹਿ ਸਕਦੇ ਹਾਂ ਕਿ ਕਈ ਮੋਰਚੇ ਹੋਏ ਸੀ, ਜਿਵੇਂ ਨਨਕਾਣਾ ਸਾਹਿਬ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਪੰਜਾ ਸਾਹਿਬ ਦਾ ਸਾਕਾ, ਜੇਤੋ ਦਾ ਮੋਰਚਾ, ਇਹ ਸਾਰੇ ਮੋਰਚੇ ਹੋਏ ਸੀਗੇ। ਠੀਕ ਹੈ, ਦੇਖੋ ਚਲੋ ਆਪਾਂ ਸਟਾਰਟਿੰਗ ਤੋਂ ਦੱਸਦੇ ਹਾਂ। 1920 ਤੋਂ 1925 ਈਸਵੀ ਦੌਰਾਨ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਹੇਠੋਂ ਆਜ਼ਾਦ ਕਰਵਾਉਣ ਦੇ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ, ਗੁਰਦੁਆਰਾ ਸੁਧਾਰ ਲਹਿਰ। ਇਸ ਲਹਿਰ ਨੂੰ ਅਕਾਲੀ ਲਹਿਰ ਵੀ ਬੋਲ ਦਿੰਦੇ ਆ, ਕਿਉਂਕਿ ਅਕਾਲੀਆਂ ਦੁਆਰਾ ਹੀ ਗੁਰਦੁਆਰਿਆਂ ਨੂੰ ਸੁਤੰਤਰ ਕਰਵਾਇਆ ਗਿਆ ਸੀ ਮਹੰਤਾਂ ਕੋਲੋਂ। ਇਸ ਕਰਕੇ ਇਹ ਜਿਹੜੀ ਕਮੇਟੀ ਆ ਇੰਨੀ ਦੀ ਮਾਨਤਾ ਸੀਗੀ ਆਪਣੇ ਸਿੱਖ ਧਰਮ ਦੇ ਵਿੱਚ, ਜਾਂ ਹੁਣ ਵੀ ਆ। ਠੀਕ ਹੈ, ਤਾਂ ਉਸ ਸਮੇਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਨਿਯਮ ਨਹੀਂ ਸੀਗਾ। ਇਹਨਾਂ ਗੁਰਦੁਆਰਿਆਂ ਦੀ ਦੇਖਭਾਲ ਆ ਜਿਹੜੀ ਉਦਾਸੀ ਮਹੰਤਾਂ ਦੁਆਰਾ ਹੀ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ਨਾ ਤਾਂ ਸਿੱਖ ਮਰਿਆਦਾ ਦਾ ਪਤਾ ਸੀਗਾ। ਇਹ ਜਿਹੜੇ ਮਹੰਤ ਸੀਗੇ ਜਾਂ ਮਸੰਦ ਸੀਗੇ, ਇਹਨਾਂ ਦੁਆਰਾ ਜੂਆ ਖੇਡਣਾ, ਨਸ਼ਾ ਕਰਨਾ, ਸ਼ਰਧਾਲੂਆਂ ਨੂੰ ਲੁੱਟਣਾ, ਔਰਤਾਂ ਦੀ ਬੇਇੱਜ਼ਤੀ ਕਰਨਾ, ਬਹੁਤ ਕੁਝ ਕੀਤਾ ਜਾਂਦਾ ਸੀਗਾ। ਤੇ ਬ੍ਰਿਟਿਸ਼ ਸਰਕਾਰ ਸੀਗੀ ਉਸ ਸਮੇਂ, ਤਾਂ ਇਹਨਾਂ ਗੁਰਦੁਆਰਿਆਂ ਦੀ ਜਿਹੜੀ ਜ਼ਮੀਨ ਤੇ ਜਾਇਦਾਦ ਵੀ ਸੀ ਉਹ ਵੀ ਇਹਨਾਂ ਮਹੰਤਾਂ ਦੇ ਸਰਕਾਰੀ ਖਾਤਿਆਂ ਦੇ ਵਿੱਚ ਹੀ ਦਾਖਲ ਹੁੰਦੀ ਸੀ। ਠੀਕ ਹੈ, ਸਰਕਾਰ ਮਹੰਤਾਂ ਨੂੰ ਗੁਰਦੁਆਰਿਆਂ ਦਾ ਕਾਨੂੰਨੀ ਮਾਲਕ ਮੰਨਦੀ ਹੁੰਦੀ ਸੀ, ਪਰੰਤੂ ਸਿੱਖ ਇਹ ਨਹੀਂ ਮੰਨਦੇ ਸੀ। ਉਹ ਨਹੀਂ ਚਾਹੁੰਦੇ ਸੀ ਕਿ ਗੁਰਦੁਆਰੇ ਆ ਜਿਹੜੇ ਉਹ ਸਾਡੇ ਆਮ ਲੋਕਾਂ ਦੀ ਜਾਇਦਾਦ ਆ, ਨਾ ਕਿ ਸਰਕਾਰਾਂ ਦੀ ਆ। ਤੇ ਇਸ ਦਾ ਨਤੀਜਾ ਕੀ ਹੋਇਆ ਕਿ ਅਕਾਲੀ ਅੰਦੋਲਨ ਜਾਂ ਗੁਰਦੁਆਰਾ ਸੁਧਾਰ ਅੰਦੋਲਨ ਹੋਣ ਦੇ ਵਿੱਚ ਆਇਆ ਸੀ, ਜਿਸ ਵਿੱਚ ਸਿੱਖਾਂ ਨੂੰ ਜ਼ੁਲਮ, ਜੇਲ੍ਹ ਤੇ ਮੌਤ ਤੱਕ ਦੇ ਤਸੀਹੇ ਵੀ ਝੱਲਣੇ ਪਏ ਸੀ। ਤਾਂ ਫਿਰ ਹੋਇਆ ਸੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਮਾਣ। ਠੀਕ ਹੈ, ਦੇਖਦੇ ਦੇਖਦੇ ਬ੍ਰਿਟਿਸ਼ ਸਰਕਾਰ ਨੇ ਪਟਿਆਲੇ ਦੇ ਮਹਾਰਾਜੇ ਭੁਪਿੰਦਰ ਸਿੰਘ ਦੇ ਸੁਝਾਅ ਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ 36 ਸਿੱਖ ਮੈਂਬਰਾਂ ਦੀ ਇੱਕ ਕਮੇਟੀ ਬਣਾਤੀ, ਪਰੰਤੂ ਅਕਾਲੀ ਸੀਗੇ ਜਿਹੜੇ, ਇਸ ਕਮੇਟੀ ਨੂੰ ਉਹਨਾਂ ਨੇ ਨਕਾਰ ਦਿੱਤਾ, ਠੁਕਰਾ ਦਿੱਤਾ। ਠੀਕ ਹੈ, ਉਹਨਾਂ ਨੇ ਕੀ ਕੀਤਾ, ਆਪਦੀ ਇੱਕ ਕਮੇਟੀ ਬਣਾਈ ਜਿਸ ਵਿੱਚ 36 ਸਰਕਾਰੀ ਮੈਂਬਰ ਸੀਗੇ, 175 ਮੈਂਬਰ ਹੋਰ ਲੈ ਲਏ ਗਏ ਸੀ। ਠੀਕ ਹੈ, ਇਹਨਾਂ ਮਤਲਬ 36 ਜੋ 36 ਗਵਰਨਮੈਂਟ ਮੈਂਬਰ ਸੀ ਨਾ, ਇਹਨਾਂ ਦੇ ਸਣੇ 175 ਮੈਂਬਰ ਹੋ ਗਏ। ਤੇ ਇਸ ਦਾ ਨਾਮ ਰੱਖਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਾਰੇ ਸਿੱਖ ਗੁਰਦੁਆਰਿਆਂ ਦੇ ਲਈ ਪ੍ਰਬੰਧ ਕਰਦੀ ਆ। ਤੇ ਇਸ ਕਮੇਟੀ ਦਾ ਜਿਹੜਾ ਪਹਿਲਾ ਸੈਸ਼ਨ ਆ ਉਹ 12 ਦਸੰਬਰ 1920 ਈਸਵੀ ਨੂੰ ਅਕਾਲ ਤਖਤ ਉੱਪਰ ਸੱਦਿਆ ਗਿਆ ਸੀ। ਠੀਕ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਤੇ ਆਪਾਂ ਹੁਣ ਗੱਲ ਕਰੀਏ, ਜੇਕਰ ਚਲੋ ਬੁਲਾ ਤਾਂ ਲਿਆ ਗਿਆ ਸੀ, ਸੁੰਦਰ ਸਿੰਘ ਮਜੀਠੀਆ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ, ਹਰਵੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ ਤੇ ਭਾਈ ਜੋਧ ਸਿੰਘ ਨੂੰ ਸਕੱਤਰ ਚੁਣਿਆ ਗਿਆ। ਕਮੇਟੀ ਨੂੰ ਗੁਰਦੁਆਰਿਆਂ ਦੇ ਸੁਧਾਰ ਦੇ ਕਈ ਕੰਮ ਵੀ ਦਿੱਤੇ ਗਏ। ਲਾਸਟ ਤੇ ਜਾ ਕੇ ਕੀ ਹੋਇਆ ਕਿ
ਆਪਾਂ ਗੱਲ ਕਰੀਏ ਜੇਕਰ ਬ੍ਰਿਟਿਸ਼ ਸਰਕਾਰ ਨੂੰ ਉਹਨਾਂ ਦੀ ਪੂਰੀ ਸਹਾਇਤਾ ਬ੍ਰਿਟਿਸ਼ ਸਰਕਾਰ ਤਾਂ ਕਰ ਰਹੀ ਸੀ। ਜਦੋਂ ਅਕਾਲੀਆਂ ਨੇ ਗੁਰਦੁਆਰਿਆਂ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮਹੰਤਾਂ ਵੱਲੋਂ ਵਿਰੋਧ ਕਰ ਦਿੱਤਾ ਗਿਆ। ਫਿਰ ਅੰਮ੍ਰਿਤਸਰ, ਤਰਨਤਾਰਨ ਅਤੇ ਨਨਕਾਣਾ ਸਾਹਿਬ ਦੇ ਮਹੰਤਾਂ ਨੇ ਹਥਿਆਰ ਰਹਿਤ ਤੇ ਸ਼ਾਂਤੀ ਨਾਲ ਵਿਰੋਧ ਕਰ ਰਹੇ ਅਕਾਲੀਆਂ ਉੱਪਰ ਹਥਿਆਰਾਂ ਦਾ ਹਮਲਾ ਕਰ ਦਿੱਤਾ। ਨਨਕਾਣਾ ਸਾਹਿਬ ਦੇ ਮਹੰਤਾਂ ਵੱਲੋਂ 100 ਤੋਂ ਵੱਧ ਅਕਾਲੀ ਬੁਰੀ ਤਰ੍ਹਾਂ ਸ਼ਹੀਦ ਹੋਏ। ਗੁਰਦੁਆਰਾ ਸੁਧਾਰ ਲਹਿਰ ਨੂੰ ਸਫਲ ਬਣਾਉਣ ਦੇ ਲਈ ਫਿਰ ਅਕਾਲੀ ਦਲ ਵੱਲੋਂ ਕਈ ਮੋਰਚੇ ਲਗਾਏ ਗਏ। ਨਨਕਾਣਾ ਸਾਹਿਬ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਜੇਤੋ ਦਾ ਮੋਰਚਾ। ਠੀਕ ਹੈ। ਫਿਰ ਲਾਸਟ ਤੇ ਸਿੱਖ ਗੁਰਦੁਆਰਾ ਐਕਟ 1925 ਪਾਸ ਹੋਇਆ ਸੀ। ਠੀਕ ਹੈ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਆਪਾਂ ਬੋਲ ਦਿੰਦੇ ਹਾਂ 15 ਨਵੰਬਰ 1920 ਈਸਵੀ ਨੂੰ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਬਣਾਈ ਗਈ 176 ਮੈਂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬ੍ਰਿਟਿਸ਼ ਗਵਰਨਮੈਂਟ ਵੱਲੋਂ 12 ਅਕਤੂਬਰ 1923 ਈਸਵੀ ਨੂੰ ਗੈਰ ਕਾਨੂੰਨੀ ਐਸੋਸੀਏਸ਼ਨ ਐਲਾਨ ਦਿੱਤਾ ਗਿਆ। ਠੀਕ ਹੈ। ਤੇ ਇਸ ਦੇ ਜਿਹੜੇ ਪ੍ਰਮੁੱਖ ਨੇਤਾ ਸੀਗੇ ਜੇਤੂ ਦੇ ਮੋਰਚੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਮੋਰਚਾ ਚੱਲਦਾ ਹੀ ਰਿਹਾ। ਫਿਰ ਵੀ ਸਰਕਾਰ ਨੂੰ ਜਾ ਕੇ ਝੁਕਣਾ ਪੈ ਗਿਆ ਤੇ 1925 ਈਸਵੀ ਵਿੱਚ ਅੰਗਰੇਜ਼ ਆ ਜਿਹੜੇ ਉਹ ਹਕੂਮਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਦੇਣ ਦੇ ਲਈ ਤਿਆਰ ਹੋ ਗਏ। ਤੇ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵੀ 190 ਹੋ ਗਈ। ਇਹਨਾਂ ਦੇ ਵਿੱਚੋਂ 170 ਮੈਂਬਰ ਸਿੱਖ ਵੋਟਰਾਂ ਦੁਆਰਾ ਚੁਣੇ ਜਾਂਦੇ ਆ, ਜਦੋਂ ਕਿ ਬਾਕੀ 15 ਮੈਂਬਰ ਕਮੇਟੀ ਦੇ ਮੈਂਬਰਾਂ ਵਜੋਂ ਹੀ ਨਾਮਜ਼ਦ ਕੀਤੇ ਜਾਂਦੇ ਆ। ਅਤੇ 5 ਤਖਤਾਂ ਦੇ ਜਥੇਦਾਰ ਆਪਣੇ ਅਹੁਦੇ ਵਜੋਂ ਇਹਨਾਂ ਦੇ ਮੈਂਬਰ ਹੁੰਦੇ ਆ ਤੇ ਇਹਨਾਂ ਵਿੱਚ 20 ਸੀਟਾਂ ਅਨੁਸੂਚਿਤ ਜਾਤੀ ਦੀਆਂ ਸਿੱਖਾਂ ਲਈ ਰਿਜ਼ਰਵ ਆ। ਠੀਕ ਹੈ। ਕਮੇਟੀ ਦਾ ਸਮਾਂ 5 ਸਾਲ ਦਾ ਹੁੰਦਾ ਜਾਂ ਜਿੰਨਾ ਚਿਰ ਤੱਕ ਨਵੀਂ ਕਮੇਟੀ ਨਹੀਂ ਬਣ ਜਾਂਦੀ। ਕਾਰਜਕਾਰੀ ਪ੍ਰਧਾਨ ਦੇ ਅਹੁਦੇ ਦੀ ਮਿਆਦ ਸਿਰਫ 1 ਸਾਲ ਹੀ ਹੁੰਦੀ ਆ। ਤੇ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਣ ਆ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਠੀਕ ਹੈ। ਤੇ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਉਮੀਦ ਕਰਦੇ ਹਾਂ ਕਿ ਕੁਛ ਨਾ ਕੁਛ ਤਾਂ ਪਤਾ ਲੱਗਿਆ ਹੀ ਹੋਵੇਗਾ। ਤੇ ਜੇਕਰ ਬੋਰਿੰਗ ਲੱਗ ਰਹੀ ਹੈ ਤਾਂ ਆਪਾਂ ਅੱਗੇ ਤੋਂ ਰਹਿਣ ਦਿਆ ਕਰਾਂਗੇ। ਠੀਕ ਹੈ। ਨਾਲ ਬਾਲੀ ਡਿਟੇਲ 'ਚ ਜਾਣ ਨੂੰ ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ SGPC ਐਕਟ ਕਦੋਂ ਪਾਸ ਹੋਇਆ, ਤਾਂ ਇਹ ਹੋਇਆ ਸੀ 1925 ਈਸਵੀ ਨੂੰ। ਠੀਕ ਹੈ। ਨੈਕਸਟ ਹੈ ਜੀ SGPC ਦੀ ਪਹਿਲੀ ਮਹਿਲਾ ਮੁਖੀ ਕੌਣ ਸੀ? ਹਾਂਜੀ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਮੁਖੀ ਸੀ ਜੀ ਬੀਬੀ ਜਗੀਰ ਕੌਰ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਭ ਤੋਂ ਜ਼ਿਆਦਾ ਵਾਰੀ ਕੌਣ ਬਣੇ ਆ? ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਭ ਤੋਂ ਜ਼ਿਆਦਾ ਵਾਰ ਬਣੇ ਆ ਗੁਰਚਰਨ ਸਿੰਘ ਟੋਹੜਾ। ਆਪਸ਼ਨ ਊੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ ਹੁਣ ਆ ਗਿਆ ਗੁਰੂ ਕੇ ਬਾਗ ਦਾ ਮੋਰਚਾ। ਹੁਣ ਆਪਾਂ ਮੋਰਚੇ ਮੈਂ ਤੁਹਾਨੂੰ ਉੱਪਰ ਦੱਸਿਆ ਸੀ ਕਿ ਕਿਹੜੇ ਕਿਹੜੇ ਮੋਰਚੇ ਲੱਗੇ ਆ। ਠੀਕ ਹੈ। ਤਾਂ ਗੁਰੂ ਕੇ ਬਾਗ ਦਾ ਮੋਰਚਾ ਹੋਇਆ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਵਾ। ਤੇ ਆਪਾਂ ਜੇਕਰ ਗੱਲ ਕਰੀਏ ਇਸ ਦਾ ਜਿਹੜਾ ਸਬੰਧ ਆ ਜਾਂ ਪ੍ਰਬੰਧ ਆ ਉਹ ਮਹੰਤ ਸੁੰਦਰਦਾਸ ਕੋਲ ਸੀਗਾ, ਜਿਹੜਾ ਇੱਕ ਚਰਿੱਤਰਹੀਣ ਵਿਅਕਤੀ ਸੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਰੈਕਟਰਲੈਸ ਵਿਅਕਤੀ ਸੀਗਾ। ਤੇ ਅਗਸਤ 1921 ਨੂੰ ਅਕਾਲੀਆਂ ਨੇ ਇੱਕ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਮਹੰਤ ਸੁੰਦਰਦਾਸ ਨੇ ਪੁਲਿਸ ਬੁਲਾਈ ਤੇ ਅਕਾਲੀਆਂ ਨੂੰ ਗ੍ਰਿਫਤਾਰ ਕਰਾ ਲਿਆ, ਪਰੰਤੂ ਅਕਾਲੀਆਂ ਨੇ ਜੱਥੇ ਭੇਜਣੇ ਜਾਰੀ ਰੱਖੇ। ਲਾਸਟ ਦੇ ਵਿੱਚ 17 ਨਵੰਬਰ 1922 ਈਸਵੀ ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਦੇ ਦਿੱਤੀਆਂ ਗਈਆਂ ਅਤੇ 1923 ਈਸਵੀ ਵਿੱਚ ਗ੍ਰਿਫਤਾਰ ਕੀਤੇ ਅਕਾਲੀ ਵੀ ਛੱਡ ਦਿੱਤੇ ਗਏ ਸੀ। ਤਾਂ ਹੁਣ ਗੁਰੂ ਕੇ ਬਾਗ ਮੋਰਚਾ ਜਿਹੜਾ ਇਹ ਕਦੋਂ ਸ਼ੁਰੂ ਹੋਇਆ ਸੀਗਾ, ਤਾਂ ਇਹ ਹੋਇਆ ਸੀ ਜੀ 1922 ਈਸਵੀ ਦੇ ਵਿੱਚ। ਆਪਸ਼ਨ ਈਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ। ਤੁਸੀਂ ਯਾਦ ਰੱਖਣਾ ਅਗਸਤ 1921 ਦੇ ਵਿੱਚ ਤਾਂ ਜੱਥੇ ਭੇਜਣੇ ਸ਼ੁਰੂ ਹੋਏ ਸੀ। ਅੰਤ 17 ਨਵੰਬਰ 1922 ਈਸਵੀ ਨੂੰ ਗੁਰਦੁਆਰੇ ਦੀਆਂ ਚਾਬੀਆਂ ਅਕਾਲੀਆਂ ਨੂੰ ਮਿਲ ਗਈਆਂ ਸੀ, ਇਸ ਕਰਕੇ 1922 ਹੀ ਰਾਈਟ ਆਪਸ਼ਨ ਲਗਾਵਾਂਗੇ। ਨੈਕਸਟ ਹੈ ਜੇਤੋ ਦਾ ਮੋਰਚਾ। ਉਸ ਤੋਂ ਬਾਅਦ ਹੋਇਆ ਜੀ ਜੇਤੋ ਦਾ ਮੋਰਚਾ ਜਿਹੜਾ ਕਿ ਬਹੁਤ ਫੇਮਸ ਆ। ਦੇਖੋ 1923 ਈਸਵੀ ਵਿੱਚ ਨਾਭੇ ਦੇ ਮਹਾਰਾਜਾ ਸੀਗਾ ਰਿਪੂ ਦਮਨ ਸਿੰਘ, ਉਹਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਦੇ ਵਿੱਚ ਸਰਕਾਰ ਨੇ ਗੱਦੀ ਤੋਂ ਲਾਤਾ ਸੀ। ਤੇ ਅਕਾਲੀਆਂ ਨੇ 21 ਫਰਵਰੀ 1924 ਈਸਵੀ ਨੂੰ ਸਰਕਾਰ ਦੇ ਵਿਰੋਧ 500 ਅਕਾਲੀਆਂ ਦਾ ਜੱਥਾ ਭੇਜਿਆ ਤੇ ਪੁਲਿਸ ਨੇ ਜੱਥੇ ਉੱਤੇ ਗੋਲੀ ਚਲਾਤੀ। 100 ਤੋਂ ਵੱਧ ਅਕਾਲੀ ਆ ਜਿਹੜੇ ਉਹ ਸ਼ਹੀਦ ਹੋ ਗਏ ਸੀ ਤੇ 200 ਜ਼ਖਮੀ ਹੋਏ। ਲਾਸਟ ਦੇ ਵਿੱਚ 1925 ਈਸਵੀ ਵਿੱਚ ਸਰਕਾਰ ਨੇ ਜੇਤੋ ਦੇ ਗੁਰਦੁਆਰਾ ਵੀ ਅਕਾਲੀਆਂ ਨੂੰ ਹੀ ਦੇ ਦਿੱਤਾ ਸੀ। ਤਾਂ ਜੇਤੋ ਦੇ ਮੋਰਚਾ ਵਿੱਚ ਕਿਹੜਾ ਮਹਾਰਾਜੇ ਦੀ ਜਾਂ ਆਪਾਂ ਕਹਿ ਸਕਦੇ ਜੇਤੋ ਦਾ ਮੋਰਚਾ ਵਿੱਚ ਕਿਹੜੇ ਮਹਾਰਾਜਾ ਦੀ ਪਦਵੀ ਦੀ ਲੜਾਈ ਸੀਗੀ, ਤਾਂ ਇਹ ਸੀ ਮਹਾਰਾਜਾ
रिपू दमन सिंह। ऑप्शन ए डी इज द राइट आंसर। नैक्सट है जी नाभा दिवस कदों रखा गया सी? जेतो दा मोर्चा विच। हाँ जी जेतो दे मोर्चे विच नाभा दिवस कदों रखा गया सी? मैं तुहानूं दस्सिया 1923 विच नाभे दे महाराजा सरदार रिपू दमन ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਦੇ ਵਿੱਚ ਸਰਕਾਰ ਨੇ ਗੱਦੀ ਤੋਂ ਲਾਤਾ ਸੀ। ਨਾਭਾ ਦਿਵਸ ਜਿਹੜਾ ਇਹ ਕਦੋਂ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ ਸੀ ਜੀ 9 ਸਤੰਬਰ ਨੂੰ। ਆਪਸ਼ਨ ਸੱਸਾ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਪੰਜਾਬ ਰਾਸ਼ਟਰੀ ਪਰਜਾ ਮੰਡਲ ਦੀ ਸਥਾਪਨਾ ਕਦੋਂ ਹੋਈ ਸੀ? ਪੰਜਾਬ ਰਾਸ਼ਟਰੀ ਪਰਜਾ ਮੰਡਲ ਦੀ ਸਥਾਪਨਾ 1928 ਦੇ ਵਿੱਚ ਹੋਈ ਸੀ। ਆਪਸ਼ਨ ਊਡਾ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਪੰਜਾਬ ਰਾਸ਼ਟਰੀ ਪਰਜਾ ਮੰਡਲ ਦੇ ਪਹਿਲੇ ਮੁਖੀ ਕੌਣ ਸਨ? हाँ जी पंजाब राष्ट्रीय परजा मंडल के मुखी कौन सन? तो ये सी सेवा सिंह ठिकरी वाला। ऑप्शन आड़ा इज द राइट आंसर। ठीक है जी। नैक्सट है शहीद भगत सिंह का जन्म कदों होया? वेरी इंपॉर्टेंट, तुहानूं पता होना चाहिए सबनों कि शहीद भगत सिंह जी का जन्म कदों होया सी? 1907 दे विच। ऑप्शन ए डी इज द राइट आंसर। नैक्सट है भगत सिंह ते बी के दत्त ने असैंबली विच बंब कदों सुट्टिया सी? हाँ जी भगत सिंह अते बी के दत्त ने असैंबली दे विच बंब कदों सुट्टिया सीगा? तां इह सुट्टिया गया सीगा जी कदों सुट्टिया गया सी? जल्दी नाल दसो। ऑप्शन सस्सा इज द राइट आंसर है 8 अप्रैल 1919 ਨੂੰ। सॉरी 1929 ਨੂੰ। 8 अप्रैल 1929 ਨੂੰ ਸੁੱਟ ਦਿੱਤਾ ਗਿਆ ਸੀਗਾ ਬੰਬ। ਪਰ ਹੁਣ ਬਹੁਤ ਸਾਰੇ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਇਹ ਵੀ ਆਉਂਦਾ ਹੋਣਾ ਕਿ ਇਹਨਾਂ ਨੇ ਬੰਬ ਕਿਉਂ ਸੁੱਟਿਆ ਸੀਗਾ। देखो मैं साइमन कमीशन तुसीं सुनिया होना 1928 ईस्वी के शुरुआत के अंग्रेज़ सरकार वालों एक 7 मैंबरों का कमीशन सीगा जो भारत आया सी ते इस दे प्रधान सीगे इंग्लैंड के एक वकील जिन्हां दा नाम सी सर जॉन साइमन। ते इस कमीशन के सारे मैंबर सीगे जिहड़े अंग्रेज़ सी ते 1928 ईस्वी विच इंग्लैंड तो आए जिहड़ा ये कमीशन सीगा इन्हां दा मकसद सीगा भारत विच कीते जाण वाले संविधानिक सुधारां दा अध्ययन करना। 30 अक्तूबर 1928 ईस्वी ਨੂੰ ਸਾਈਮਨ ਕਮਿਸ਼ਨ ਜਦੋਂ ਲਾਹੌਰ ਪਹੁੰਚਿਆ ਤਾਂ ਉਹਨਾਂ ਦਾ ਵਿਰੋਧ ਕੀਤਾ ਕਈ ਪੰਜਾਬੀਆਂ ਨੇ, ਨਾਲ ਹੀ ਸੀਗੇ ਲਾਲਾ ਲਾਜਪਤ ਰਾਏ। ਠੀਕ ਹੈ ਤੇ ਇਹਨਾਂ ਨੇ ਕਈ ਨਾਅਰੇ ਲਗਾਏ ਗਏ। ਠੀਕ ਹੈ ਕਈ ਨਾਅਰੇ ਲਗਾਏ ਇਹਨਾਂ ਨੇ ਤੇ ਇਸ ਸਮੇਂ ਉਸੇ ਸਮੇਂ ਦੀ ਗੱਲ ਆ ਕਿ ਲਾਹੌਰ ਰੇਲਵੇ ਸਟੇਸ਼ਨ ਲਾਗੇ अंग्रेज अफसर मिस्टर सांडर्स ने लाला जी की छाती के उपर वार किया तो लाला जी की मतलब कि डैथ हो गई सी इस लाठी चार्ज की वजह करके। तो फिर उस तो बाद अंग्रेजी लाठियां दी भयानक सट्टां कारण जो लाला लाजपत राय जी की मौत हुई तो 17 नवंबर 1928 ईस्वी ਨੂੰ ਉਹ शहीद हो गए सी ते इस दा बदला लिया सी भगत सिंह अते उन्हां दे साथियां ने, इस करके बंब सुट्टिया गया सी। ठीक है जी। तो भगत सिंह अते बी के दत्त ने असैंबली विच बंब कदों सुट्टिया? 8 अप्रैल 1929 दे विच। नैक्सट है जी ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਨੂੰ ਕਿਹੜੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ? ਹਾਂਜੀ ਬੰਬ ਸੁੱਟਣ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਨੂੰ ਆਤਮ ਸਮਰਪਣ ਵੀ ਕਰ ਦਿੱਤਾ ਸੀ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਮਿਆਨ ਵਾਲੀ ਸੈਂਟਰਲ ਜੇਲ੍ਹ। ਆਪਸ਼ਨ ਊੜਾ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਭਗਤ ਸਿੰਘ ਜੀ ਨੂੰ ਫਾਂਸੀ ਕਦੋਂ ਦਿੱਤੀ ਗਈ ਸੀ? ਹਾਂਜੀ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਕਦੋਂ ਦਿੱਤੀ ਗਈ ਸੀ? 23 ਮਾਰਚ 1931 ਨੂੰ। ਆਪਸ਼ਨ ਆੜਾ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ ਸ਼ਹੀਦ ਊਧਮ ਸਿੰਘ जी का जन्म कित्थे ते कदों होया? जां आपां कह सकते हैं शहीद ऊधम सिंह जी का जन्म कित्थे अते कदों होया? तां इह होया 1899 ईस्वी दे विच सुनाम दे विच। ऑप्शन ई डी इज द राइट आंसर। नैक्सट है शहीद ऊधम सिंह जी नूं फांसी की सज़ा कदों हुई सी? हाँ जी शहीद ऊधम सिंह जी नूं फांसी की सज़ा हुई सी 1940 दे विच। ऑप्शन सस्सा इज द राइट आंसर। नैक्सट है जी 1947 ਵਿੱਚ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਕਿੰਨੇ ਮੰਡਲ ਸੀ? ਹਾਂਜੀ ਹੁਣ ਸਾਡੀ ਪੰਜਾਬ ਦੀ ਜੀਓਗ੍ਰਾਫੀ ਆ ਜਿਹੜੀ ਇਹ ਸ਼ੁਰੂ ਹੋ ਚੁੱਕੀ ਆ ਜਿਹੜੀ ਕਿ ਅਸੀਂ ਕੱਲ ਡਿਸਕਸ ਕਰਾਂਗੇ ਯਾਨੀ ਕਿ ਕੱਲ ਅਸੀਂ ਪਾਰਟ 6 ਬਣਾਵਾਂਗੇ ਜੋ ਕਿ ਜਿਸ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਪੰਜਾਬ ਦੀ ਜੀਓਗ੍ਰਾਫੀ ਕੰਪਲੀਟ ਕਰਾਂਗੇ। ਠੀਕ ਹੈ हाँ जी इस दे नाल साडी अज दी वीडियो खत्म हुंदी है। ये वीडियो तुहानूं किस तरह की लगी कृपा करके कमेंट बॉक्स दे विच जरूर दस देना। जेकर तुहानूं नहीं वधिया लग्या कि मैं नाल थ्योरी ज़्यादा दसी है फिर भी तुसीं कमेंट बॉक्स दे विच लिख सकते हो। आपां कोशिश करांगे कल तो कि तुहानूं एज MCQ टू द पॉइंट ही गल करवाई जाए। तो जेकर तुहानूं वधिया लगी फिर भी दस देना फिर आपां होर कोशिश करांगे कि होर वधिया ढंग नाल बनाई जाए। तो अज दे लई बस इन्ना ही। वीडियो नूं देखण लई तुहाडा बहुत बहुत धन्नवाद। जेकर तुहानूं वीडियो वधिया लगी है तो प्लीज़ वीडियो नूं लाइक अते शेयर जरूर कर देना। धन्नवाद जी। थैंक्स फॉर वॉचिंग।